ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਦਿਨ ਹੈ ਸੋਮਵਾਰ, ਤਰੀਕ ਹੈ 28 ਸਤੰਬਰ, ਸ਼ਾਮ ਦੇ 5:30 ਹੋਏ ਨੇ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ। ਤੇ ਕੈਲਗਰੀ ਤੋਂ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਜੀ ਸੁਖਪਾਲ ਸਿੰਘ ਬਰਾੜ ਹੋਰੀ, ਸੁਪਰਸਟਾਰ ਪਲੰਬਿੰਗ ਐਂਡ ਹੀਟਿੰਗ ਵਾਲੇ, 4036901235, ਜੋ ਗੈਸ ਫਿਟਿੰਗ, ਹੌਟ ਵਾਟਰ ਟੈਂਕ, ਫਾਇਰ ਪਲੇਸ, ਫਰਨਸ ਰਿਪੇਅਰ, ਵਾਟਰ ਸੌਫਟਨਰ ਤੇ ਵਾਟਰ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਪਲੰਬਿੰਗ ਦਾ ਕੰਮ ਕਰਦੇ ਨੇ। ਸੋ ਅੱਜ ਦਾ ਪ੍ਰੋਗਰਾਮ ਦੇ ਵਿੱਚ ਸਾਨੂੰ ਵਿਸ਼ੇਸ਼ ਸਹਿਯੋਗ ਦਿੱਤਾ ਜਤਿੰਦਰ ਸਿੰਘ ਤੂਰ ਹੋਰਾਂ ਨੇ, ਜੋ ਬੇਕਰਸਵੀਲ ਏਰੀਆ ਦੇ ਵਿੱਚ ਤੁਹਾਨੂੰ ਬਿਜਲੀ ਦਾ ਬਿੱਲ ਜ਼ੀਰੋ ਕਰਨ ਦੇ ਲਈ ਸਲਾਹ ਮਸ਼ਵਰਾ ਦਿੰਦੇ ਨੇ, ਸੋਲਰ ਸਿਸਟਮਸ ਲਵਾ ਕੇ ਦਿੰਦੇ ਨੇ। 6617541722 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਸਿੱਧੂ ਟਰੱਕ ਲਾਈਨ ਬੇਕਰਸਫੀਲਡ ਨੂੰ ਸੋਲੋ ਤੇ ਟੀਮ ਡਰਾਈਵਰ ਚਾਹੀਦੇ ਨੇ ਜੀ, ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 6616671188। ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਤੁਸੀਂ ਇਸ ਵਕਤ ਸਾਡੇ ਨਾਲ ਜੁੜੇ ਹੋਏ ਹੋ। ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਜੁੜ ਗਏ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਤੇ ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਆਪਾਂ ਚਰਚਾ ਕਰੀਏ ਤਾਂ ਖੇਤੀ ਆਰਡੀਨੈਂਸ ਬਿੱਲ ਹੈ ਜਿਹੜਾ, ਇਸ ਦੇ ਕਾਨੂੰਨ ਬਣਨ ਮਗਰੋਂ ਕਿਸਾਨਾਂ ਤਾਂ ਛੱਡੋ ਆਮ ਵਪਾਰੀਆਂ ਦੇ ਵਿੱਚ ਵੀ ਰੋਸ ਪੈਦਾ ਹੋ ਗਿਆ। ਕਿਸਾਨ ਤਾਂ ਸੜਕਾਂ ਤੇ ਹੈ, ਵਪਾਰੀ ਡਰ ਦੇ ਮਾਹੌਲ 'ਚ ਹੈ। ਦੇਖੋ, ਕਾਨੂੰਨ ਤਾਂ ਇਹ ਉਸ ਦਿਨ ਹੀ ਪਤਾ ਲੱਗ ਗਿਆ ਸੀ ਜੀ ਜੀ ਜਿੱਦਣ 3 ਆਰਡੀਨੈਂਸ ਜਾਰੀ ਹੋ ਗਈ ਸੀ। ਅੱਛਾ ਜੀ। ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਕੋਲੇ ਬਹੁਤ ਸਪਸ਼ਟ ਬਹੁਮਤ ਹੈ ਜੀ, ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਜੁਗਾੜ ਕਰ ਸਕਦੇ ਸੀ, ਕੀਤਾ ਵੀ ਜੀ। ਔਰ ਨਾਲ ਜਿਹੜੇ ਐਨਡੀਏ ਦੇ ਭਾਈਵਾਲ ਹੈ ਉਹਨਾਂ ਦੀ ਸ਼ਮੂਲੀਅਤ ਵੀ ਨਾਲ ਹੀ ਹੈ ਭਾਰਤੀ ਜਨਤਾ ਪਾਰਟੀ ਦੇ। ਸ਼ੁਰੂ ਦੇ ਵਿੱਚ ਜੇ ਆਪਾਂ ਦੇਖੀਏ, ਜਦੋਂ ਇਹ ਆਰਡੀਨੈਂਸ ਜਾਰੀ ਹੋਏ ਹੈ, ਕੋਈ ਵੀ ਆਰਡੀਨੈਂਸ ਜਦੋਂ ਜਾਰੀ ਹੁੰਦਾ ਹੈ, ਉਹ ਇਹ ਨਹੀਂ ਕਿ ਪ੍ਰਧਾਨ ਮੰਤਰੀ ਦੀ ਮਰਜ਼ੀ ਹੈ ਤੇ ਉਹ ਕਹਿ ਦੇਵੇ ਜੀ ਆਰਡੀਨੈਂਸ ਜਾਰੀ ਕਰ ਦਿਓ। ਜੀ ਜੀ। ਹਰ ਆਰਡੀਨੈਂਸ ਦੀ ਪ੍ਰਵਾਨਗੀ ਪਾਰਲੀਮੈਂਟ, ਮੰਤਰੀ ਮੰਡਲ ਚੋਂ ਲੈਣੀ ਪੈਂਦੀ ਹੈ। ਮੰਤਰੀ ਮੰਡਲ ਹੀ ਆਰਡੀਨੈਂਸ ਜਾਰੀ ਕਰਨ ਵਾਸਤੇ ਸਿਫਾਰਿਸ਼ ਕਰਦਾ ਹੈ ਦੇਸ਼ ਦੇ ਰਾਸ਼ਟਰਪਤੀ ਨੂੰ। ਜੀ। ਫਿਰ ਰਾਸ਼ਟਰਪਤੀ ਉਹ ਆਰਡੀਨੈਂਸ ਜਾਰੀ ਕਰਦਾ ਹੈ। ਸ਼ੁਰੂ ਦੇ ਵਿੱਚ ਅਕਾਲੀ ਦਲ ਜੀ, ਜਿਹੜੀ ਬਹੁਤ ਪੁਰਾਣੀ ਪਾਰਟੀ ਹੈ, 100 ਸਾਲ ਪੁਰਾਣੀ ਪਾਰਟੀ ਹੈ, ਜਿਹਦਾ ਬੜਾ ਵੱਡਾ ਇਤਿਹਾਸ ਹੈ, ਗੁਰਦੁਆਰਾ ਸੁਧਾਰ ਲਹਿਰ ਦੇ ਜ਼ਰੀਏ ਗੁਰਦੁਆਰਾ ਪ੍ਰਬੰਧ ਨੂੰ ਮਹਾਨਤਾ ਤੋਂ ਆਜ਼ਾਦ ਕਰਾਇਆ। ਫਿਰ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਪੂਰਾ ਯੋਗਦਾਨ ਪਾਇਆ। ਫਿਰ ਕਿਸਾਨਾਂ ਦੀਆਂ ਐਜੀਟੇਸ਼ਨਾਂ, ਸੰਘਰਸ਼, ਬਹੁਤ ਕੁਝ ਉਹਦੇ ਵਿੱਚ ਵੀ ਯੋਗਦਾਨ ਪਾਇਆ। ਇੱਥੋਂ ਤੱਕ ਕਿ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਤੇ 19 ਮਹੀਨੇ ਮੋਰਚਾ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ ਐਮਰਜੈਂਸੀ ਸਮਾਪਤ ਨਹੀਂ ਸੀ ਹੋਈ ਜੀ। ਸੋ ਇਸ ਪਾਰਟੀ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਇਹ ਪਾਰਟੀ ਕੋਈ ਵੀ ਅਜਿਹਾ ਫੈਸਲਾ ਨਹੀਂ ਲਊਗੀ ਜਾਂ ਕਿਸੇ ਅਜਿਹੇ ਫੈਸਲੇ ਦੀ ਭਾਈਵਾਲ ਨਹੀਂ ਬਣੂਗੀ ਜਿਹੜਾ ਫੈਸਲਾ ਕਿਸਾਨੀ ਦੇ ਉਲਟ ਜਾਂਦਾ ਹੋਵੇ ਜੀ। ਲੇਕਿਨ ਆਰਡੀਨੈਂਸ ਜਾਰੀ ਹੋਣ ਵੇਲੇ ਇਹਦੀ ਇੱਕੋ ਇੱਕ ਮਿਨਿਸਟਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਨਾ ਸਿਰਫ ਇਹਦੇ ਨਾਲ ਸਹਿਮਤੀ ਪ੍ਰਗਟ ਕੀਤੀ, ਸਿਫਾਰਿਸ਼ ਕੀਤੀ, ਸਿਫਾਰਿਸ਼ ਦੇ ਨਾਲ ਸਹਿਮਤੀ ਪ੍ਰਗਟਾਈ ਕਿ ਜੀ ਇੱਥੇ ਇਹ ਆਰਡੀਨੈਂਸ ਜਾਰੀ ਕਰ ਦਿੱਤੇ ਜਾਣ, ਸਗੋਂ ਜੂਨ ਮਹੀਨੇ ਤੋਂ ਲੈ ਕੇ ਜੂਨ, ਜੁਲਾਈ, ਅਗਸਤ, ਸਤੰਬਰ ਦੇ ਅੱਧ ਤੱਕ ਇਹਨਾਂ ਦਾ ਪੂਰਾ ਜ਼ੋਰ ਇਸ ਗੱਲ ਦੇ ਉੱਤੇ ਲੱਗਿਆ ਰਿਹਾ ਕਿ ਇਹ ਕਾਨੂੰਨ ਜਿਹੜਾ ਹੈ ਇਹ ਲੋਕਾਂ ਦੇ ਪੱਖ ਵਿੱਚ ਹੈ ਜੀ। ਬਾਦਲ ਪਰਿਵਾਰ ਦੇ 3 ਜੀ ਹੈ ਜਿਹੜੇ ਪੋਲੀਟਿਕਸ ਦੇ ਵਿੱਚ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਔਰ ਤਿੰਨੇ ਹੀ ਕਿਸੇ ਨਾ ਕਿਸੇ ਰੂਪ ਦੇ ਇਸ ਕਾਨੂੰਨ ਦੀ ਵਕਾਲਤ ਕਰਦੇ ਰਹੇ, ਇਸ ਆਰਡੀਨੈਂਸ ਦੀ ਵਕਾਲਤ ਕਰਦੇ ਰਹੇ ਹੈ ਕਿ ਇਹ ਕਿਸਾਨਾਂ ਦਾ ਕਾਇਆ ਕਲਪ ਕਰੂਗੀ ਜੀ। ਸਮਝ ਪੈਂਦੀ ਹੈ ਕਿ ਬਾਦਲ ਪਰਿਵਾਰ ਦਾ ਕਾਇਆ ਕਲਪ ਹੋ ਸਕਦਾ ਹੈ ਕਿਉਂਕਿ ਬਾਦਲ ਪਰਿਵਾਰ ਇਸ ਵੇਲੇ ਕਿਸਾਨ ਨਾ ਹੋ ਕੇ ਉਹ ਕਾਰਪੋਰੇਟ ਘਰਾਣੇ 'ਚ ਤਬਦੀਲ ਹੋ ਚੁੱਕਾ ਹੈ। ਬਿਲਕੁਲ ਬਿਲਕੁਲ। ਉਹਨਾਂ ਦਾ ਬਿਜ਼ਨਸ ਜਿਹੜਾ ਅਸੀਂ ਦੇਖੀਏ, ਪਹਿਲਾਂ ਉਹਨਾਂ ਦੇ ਕੋਲੇ ਡੱਬ ਵਾਲੀ ਟਰਾਂਸਪੋਰਟ ਸੀ, ਹੁਣ ਤਾਂ ਬਹੁਤ ਕੁਝ ਹੋ ਗਿਆ, ਬੱਸਾਂ, ਹਵਾਈ ਜਹਾਜ਼, ਪਤਾ ਨਹੀਂ ਕੀ ਕੁਝ ਆ ਗਿਆ। ਹੁਣ ਐਵੀਏਸ਼ਨ ਗਰੁੱਪ ਉਹਨਾਂ ਦਾ ਬਣ ਚੁੱਕਿਆ ਜਿਹਦੇ ਵਿੱਚ ਬੱਸਾਂ ਵੀ ਹੈਗੀਆਂ, ਜਹਾਜ਼ ਵੀ ਹੈਗੇ, ਹੋਟਲ ਵੀ ਹੈਗੇ, ਲਗਜ਼ਰੀ ਰਿਜ਼ੋਰਟਸ ਵੀ। ਬਿਲਕੁਲ ਬਿਲਕੁਲ। ਵਿਦੇਸ਼ਾਂ ਦੇ ਵਿੱਚ ਵੀ ਜਾਇਦਾਦਾਂ ਬਣ ਗਈਆਂ, ਸਭ ਕੁਝ ਹੈ ਉਹਨਾਂ ਦੇ ਕੋਲੇ।
ਔਰ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਸੁਪਨਾ ਹੈ ਕਿ ਦੁਨੀਆ ਦਾ ਨੰਬਰ 1 ਦਾ ਸਿੱਖ ਬਣਿਆ ਜਾਵੇ, ਸਭ ਤੋਂ ਅਮੀਰ ਸਿੱਖ ਬਣਿਆ ਜਾਵੇ, ਉਹ ਵੀ ਉਹਨਾਂ ਦਾ ਇੱਕ ਨਿਸ਼ਾਨਾ, ਤੇ ਉਸ ਨਿਸ਼ਾਨੇ ਦੀ ਪੂਰਤੀ ਅਜਿਹੇ ਹੀ ਕਾਨੂੰਨਾਂ ਰਾਹੀਂ ਹੋ ਸਕਦੀ ਸੀ। ਇਸ ਕਰਕੇ ਇਹ ਉਹਨਾਂ ਦੇ ਹੱਕ ਦੀ ਗੱਲ ਹੋ ਸਕਦੀ ਹੈ, ਲੇਕਿਨ ਕਿਸਾਨਾਂ ਦੇ ਹੱਕ ਦੀ ਨਹੀਂ ਸੀ। ਉਹਨਾਂ ਨੇ ਜਚਾਉਣ ਦੀ ਕੋਸ਼ਿਸ਼ ਕੀਤੀ, ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਇੱਥੋਂ ਤੱਕ ਕਿ ਬੀਬੀ ਬਾਦਲ ਕਹਿੰਦੀ ਰਹੀ ਕਿ ਜਿਹੜੇ ਲੋਕ ਕਾਨੂੰਨ ਦਾ ਵਿਰੋਧ ਕਰਦੇ ਗੁੰਮਰਾਹ ਕਰ ਰਹੇ, ਉਹਨਾਂ ਨੂੰ ਵਿਰੋਧੀ ਪਾਰਟੀਆਂ ਨੇ ਗੁੰਮਰਾਹ ਕੀਤਾ ਹੋਇਆ, ਉਹ ਗੁੰਮਰਾਹ ਕਰਦੇ। ਇਹ ਉਸ ਤਰ੍ਹਾਂ ਲੱਗਦਾ ਸੀ, ਲੇਕਿਨ ਕਿਉਂਕਿ ਪੰਜਾਬ ਦੀ ਕਿਸਾਨੀ ਜਿਹੜੀ ਬੜੀ ਸੁਚੇਤ ਹੈ, ਪੰਜਾਬ ਦੀ ਕਿਸਾਨੀ ਦਾ ਇਤਿਹਾਸ ਜਿਹੜਾ ਹੈਗਾ ਇਨਕਲਾਬੀ ਇਤਿਹਾਸ, ਜੁਝਾਰੂ ਇਤਿਹਾਸ ਬਹੁਤ ਪੁਰਾਣਾ ਹੈ। ਜੀ ਜੀ, ਮੇਰਾ ਖਿਆਲ ਹੈ ਸੁਖਬੀਰ ਸਿੰਘ ਬਾਦਲ ਨਹੀਂ ਕੁਝ ਜਾਣਦੇ, ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਣੀ ਜਾਣਦੇ ਹੈ, ਲੇਕਿਨ ਕਈ ਵਾਰੀ ਪੁੱਤਰ ਮੋਹ ਹੁੰਦਾ ਜਿਹੜਾ ਬੰਦੇ ਨੂੰ ਉਹਦੇ ਆਪਣੇ ਸਟੈਂਡ ਤੋਂ ਉਖੇੜ ਦਿੰਦਾ। ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਅਕਾਲ ਤਖਤ ਸਾਹਿਬ ਵੱਲੋਂ ਖਿਤਾਬ ਮਿਲਿਆ ਹੋਇਆ ਹੈ। ਇੱਕ ਖਿਤਾਬ ਉਹਨਾਂ ਦੇ ਜਿਹੜੇ ਸੱਜਣ ਮਿੱਤਰ ਹੈ, ਉਹਨਾਂ ਦੇ ਚਾਹੁਣ ਵਾਲੇ ਹੈ, ਉਹਨਾਂ ਨੇ ਦਿੱਤਾ ਹੋਇਆ ਕਿਸਾਨਾਂ ਦਾ ਮਸੀਹਾ। ਜੀ ਜੀ, ਉਹ ਬੰਦੇ ਨੂੰ ਤਾਂ ਇਸ ਗੱਲ ਦਾ ਪਤਾ ਵੀ ਇੱਥੇ ਕਿਸ ਕਿਸਮ ਦੀ ਐਜੀਟੇਸ਼ਨ ਚੱਲਦੀ ਹੈ। ਜੇ ਆਪਾਂ ਮਿਸਾਲ ਦੇ ਤੌਰ ਤੇ ਦੇਖੀਏ ਤਾਂ ਜਦੋਂ ਇਹ ਮੁਲਕ ਆਜ਼ਾਦ ਨਹੀਂ ਸੀ ਹੋਇਆ, ਇੱਥੇ ਰਜਵਾੜਾ ਸ਼ਾਹੀ ਹੁੰਦੀ ਸੀ, ਰਿਆਸਤਾਂ ਹੁੰਦੀਆਂ ਸੀ। ਜੀ ਜੀ, ਉਸ ਯੁੱਗ ਦੇ ਵਿੱਚ ਜਿਹੜੀਆਂ ਜ਼ਮੀਨਾਂ ਦੀ ਮਾਲਕੀ ਆਮ ਕਿਸਾਨਾਂ ਦੇ ਕੋਲ ਨਹੀਂ ਸੀ ਹੁੰਦੀ। ਬਿਲਕੁਲ ਬਿਲਕੁਲ, ਜਿਹੜੀਆਂ ਰਿਆਸਤਾਂ ਸੀ, ਜਿੱਥੇ ਅੰਗਰੇਜ਼ੀ ਰਾਜ ਸੀ, ਉੱਥੇ ਜ਼ਰੂਰ ਉਹਨਾਂ ਕੋਲ ਜ਼ਮੀਨਾਂ ਦੀ ਮਲਕੀਅਤ ਹੁੰਦੀ ਸੀ। ਰਿਆਸਤਾਂ ਦੇ ਵਿੱਚ ਇਹ ਮਾਲਕੀ ਜਿਹੜੀ ਹੈ ਜਾਂ ਤਾਂ ਜਿਹੜੇ ਰਾਜਿਆਂ ਦੇ ਅਹਿਲਕਾਰ ਹੁੰਦੇ ਸੀ ਉਹਨਾਂ ਕੋਲੇ ਹੁੰਦੀ ਸੀ, ਜਾਂ ਜਿੱਥੇ ਰਾਜਿਆਂ ਦੀਆਂ ਰਿਸ਼ਤੇਦਾਰੀਆਂ ਸੱਜਣ ਮਿੱਤਰਚਾਰੀ ਹੁੰਦੀ ਉਹਨਾਂ ਨੂੰ ਦੇ ਦਿੰਦੇ ਸੀ ਜੀ। ਔਰ ਬਹੁਤ ਲੰਬਾ ਸਮਾਂ 784 ਪਿੰਡ ਸੀ ਰਿਆਸਤ ਪਟਿਆਲਾ ਦੇ ਜੀ। ਇਹਨਾਂ 784 ਪਿੰਡਾਂ ਦੇ ਵਿੱਚ ਬੜੀ ਵੱਡੀ ਜਦੋਜਹਿਦ ਚੱਲੀ, ਬਹੁਤ ਅਹਿਮ ਮੂਵਮੈਂਟ ਚੱਲੀ, ਔਰ ਉਸ ਮੂਵਮੈਂਟ ਦਾ ਜਿਹੜਾ ਆਪਾਂ ਅੰਤ ਕਵਾਂਗੇ ਜੀ, ਉਹ ਕਿਸ਼ਨਗੜ੍ਹ ਪਿੰਡ ਦੇ ਵਿੱਚ ਹੁੰਦਾ ਹੈ। ਤੇ ਮੈਂ ਤੁਹਾਡੇ ਯਾਦ ਕਰਾਵਾਂ, ਇਹ ਕਿਸ਼ਨਗੜ੍ਹ ਪਿੰਡ ਕਿਹੜਾ ਹੈ? ਇਹ ਕਿਸ਼ਨਗੜ੍ਹ ਪਿੰਡ ਉਹੀ ਹੈ ਜਿੱਦਣ ਕਿਸਾਨਾਂ ਨੇ ਬਾਦਲ ਪਿੰਡ ਤੋਂ ਆਪਣਾ ਮੋਰਚਾ ਸਮੇਟਿਆ ਜੀ ਜੀ, ਕਿ ਬੰਦ ਆ ਗਿਆ 25 ਤਾਰੀਖ ਦਾ, 23 ਦੀ ਸ਼ਾਮ ਨੂੰ ਉਹਨਾਂ ਨੇ ਆਪਣਾ ਮੋਰਚਾ ਸਮੇਟਿਆ। ਔਰ ਉਹ ਮੋਰਚਾ ਸਮੇਟਣ ਤੋਂ ਬਾਅਦ ਜਦੋਂ ਕਿਸਾਨ ਆਪਣੇ ਘਰੋਂ ਘਰੀ ਜਾ ਰਹੇ ਸੀ ਜੀ, ਤਾਂ ਕੋਟ ਭਾਰਾ ਪਿੰਡ ਦੇ ਕੋਲ ਇੱਕ ਐਕਸੀਡੈਂਟ ਹੋਇਆ ਸੀ। ਹਾਂਜੀ, ਹੋਇਆ ਸੀ। ਖੜੇ ਟਰਾਲੇ ਦੇ ਵਿੱਚ ਬੱਸ ਵੱਜੀ ਸੀ, ਜਿਹਦੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ ਸੀ, ਕਈ ਸਾਰੇ ਜ਼ਖਮੀ ਹੋ ਗਏ ਸੀ। ਉਹ ਜਿਹੜੇ ਜ਼ਖਮੀ ਹੋਣ ਵਾਲੇ ਤੇ ਮਰਨ ਵਾਲਾ ਕਿਸਾਨ ਸੀ, ਸਾਰੇ ਦੇ ਸਾਰੇ ਕਿਸ਼ਨਗੜ੍ਹ ਪਿੰਡ ਦੇ ਸੀ ਜੀ। ਔਰ ਜੇ ਮੈਂ ਤੁਹਾਨੂੰ ਕਿਸ਼ਨਗੜ੍ਹ ਪਿੰਡ ਦੀ ਵਾਰਤਾ ਦੱਸਾਂ, ਉੱਥੇ ਹੋਇਆ ਕੀ ਸੀ? ਉੱਥੇ ਇਹ ਸੀ ਕਿ ਮੁਜ਼ਾਹਰਿਆਂ ਨੇ ਜਦੋਂ ਦੇਖਿਆ ਕਿ ਹੁਣ ਕੁਝ ਨਹੀਂ ਚੱਲਦਾ, ਉਹਨਾਂ ਨੇ ਹਥਿਆਰਬੰਦ ਦਸਤਾ ਬਣਾਇਆ ਹੋਇਆ ਸੀ ਆਪਣਾ ਉਸ ਇਲਾਕੇ ਦੇ ਵਿੱਚ। ਕਿਸ਼ਨਗੜ੍ਹ ਦਾ ਸਰਦਾਰ ਜਿਹੜਾ ਸੀ, ਉਹ ਕਿਸੇ ਵੀ ਕੀਮਤ ਦੇ ਉੱਤੇ ਜਿਹੜਾ ਜ਼ਮੀਨ ਦੀ ਜਿਹੜੀ ਉਪਜ ਸੀ ਜੀ, ਉਹਨੂੰ ਹਥਿਆਉਣ ਦੇ ਲਈ ਉਹ ਬਜਟ ਸੀ, ਤੇ ਕਿਸਾਨ ਚਾਹੁੰਦੇ ਸੀ ਕਿ ਉਹਨਾਂ ਨੇ ਆਪਣੀ ਉਪਜ ਦੀ ਰਾਖੀ ਕਰਨੀ ਹੈ ਜੀ। ਆਰਮਡ ਜਿਹੜੇ ਕਿਸਾਨ ਸੀ, ਜਦੋਂ ਉਹਨਾਂ ਦੀ ਟੱਕਰ ਹੋਈ ਕਿਸਾਨਾਂ ਦੇ ਜ਼ਗੀਰਦਾਰਾਂ ਦੇ ਲਠਮਾਰਾਂ ਦੇ ਨਾਲ, ਫਿਰ ਪੁਲਿਸ ਗਈ ਔਰ ਮੁਜ਼ਾਹਰਿਆਂ ਦੇ ਸਾਹਮਣੇ ਪੁਲਿਸ ਦੇ ਪੈਰ ਨਹੀਂ ਲੱਗੇ, ਪੁਲਿਸ ਭੱਜ ਆਈ ਸੀ, ਥਾਣੇਦਾਰ ਮਾਰਿਆ ਗਿਆ ਜੀ ਜੀ ਜੀ। ਤੇ ਬਾਅਦ ਦੇ ਵਿੱਚ ਕੀ ਕੀਤੀ ਸੀ, ਪਟਿਆਲੇ ਤੋਂ ਉਚੇਚੇ ਤੌਰ ਦੇ ਉੱਤੇ ਫੌਜ ਮੰਗਾਈ ਗਈ ਸੀ, ਫੌਜ ਦਾ ਮੁਕਾਬਲਾ ਹੋਇਆ। ਫੌਜ ਨਾਲ ਮੁਕਾਬਲਾ ਹੋਣ ਤੋਂ ਬਾਅਦ ਜਿਹੜੇ ਗੁਰੀਲੇ ਕਿਸਾਨ ਸੀ ਉਹ ਗ੍ਰਿਫਤਾਰ ਹੋਏ ਸੀ ਜੀ। ਔਰ ਉਹਦੇ ਵਿੱਚ ਮੇਰੀ ਯਾਦ ਆ ਉਸ ਵੇਲੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ। ਕਿਹੜੇ ਸਾਲ ਦੀ ਗੱਲ ਹੈ ਇਹ? ਹੈਗੀ ਹੈ ਜੀ ਤੁਹਾਡੀ ਆਜ਼ਾਦੀ ਤੋਂ ਤੁਰਤ ਬਾਅਦ ਦੀ ਗੱਲ ਹੈ। ਉਦੋਂ ਪੈਪਸੂ ਬਣ ਗਿਆ ਸੀ, ਰਾਜਧਾਨੀ ਪੈਪਸੂ ਦੀ ਪਟਿਆਲਾ ਹੁੰਦੀ ਸੀ। ਔਰ ਜਿਹਦਾ ਕਰਨਲ ਨੇ ਅਗਵਾਈ ਕੀਤੀ ਸੀ, ਉਹ ਕਰਨਲ ਜਦੋਂ ਆ ਕੇ ਉਹਨੇ ਉਹਨਾਂ ਨੂੰ ਸਾਰੇ ਗੁਰੀਲਿਆਂ ਨੂੰ ਫੜ ਲਿਆ, ਜਿਹਨਾਂ ਦੇ ਵਿੱਚ ਧਰਮ ਸਿੰਘ ਫੱਕਰ ਵਰਗੇ ਲੋਕ ਹੁੰਦੇ ਸੀ, ਤੇ ਪੁਲਿਸ ਦਾ ਜਿਹੜਾ ਕਪਤਾਨ ਸੀ ਉਹ ਕਹਿੰਦਾ ਜੀ ਗੋਲੀ ਮਾਰ ਦਿਓ ਇਹਨਾਂ ਨੂੰ ਸਾਰਿਆਂ ਨੂੰ, ਆਪਦੀ ਉਹਨੇ ਫੋਰਸ ਨੂੰ ਹੁਕਮ ਦੇ ਦਿੱਤਾ। ਕਰਨਲ ਨੇ ਕਿਹਾ ਸੀ ਨਹੀਂ, ਇਹ ਜਿਹੜੇ ਹੈਗੇ ਜੰਗੀ ਕੈਦੀ ਹੈ, ਕਿਉਂਕਿ ਆਰਮੀ ਨੇ ਗ੍ਰਿਫਤਾਰ ਕੀਤਾ। ਤੁਹਾਡੇ ਚ ਜੇ ਪਹੁੰਚਦੀ ਪਹਿਲਾਂ ਗ੍ਰਿਫਤਾਰ ਕਰ ਲੈਂਦੇ, ਜੰਗੀ ਕੈਦੀ ਇਹਨਾਂ ਤੇ ਜੰਗੀ ਕੈਦੀਆਂ ਵਾਲਾ ਹੀ ਇਹਨਾਂ ਨਾਲ ਸਲੂਕ ਕੀਤਾ ਜਾਵੇ, ਇਹਨਾਂ ਦੇ ਖਿਲਾਫ ਮੁਕੱਦਮਾ ਚੱਲੂਗਾ, ਤੁਸੀਂ ਇਹਨਾਂ ਨੂੰ ਹੱਥ ਨਹੀਂ ਲਾ ਸਕਦੇ। ਔਰ ਬਾਅਦ ਦੇ ਵਿੱਚ ਮੁਕੱਦਮਾ ਚੱਲਿਆ ਵੀ, ਮੁਕੱਦਮੇ ਦੇ ਵਿੱਚ ਉਹ ਬਰੀ ਵੀ ਹੋਏ, ਕੁਝ ਨੂੰ ਕੈਦਾਂ ਵੀ ਹੋ ਗਈਆਂ। ਔਰ ਉਸ ਮੂਵਮੈਂਟ ਦਾ ਨਤੀਜਾ ਇਹ ਹੋਇਆ ਸੀ ਕਿ ਜ਼ਗੀਰਦਾਰਾਂ ਨੇ ਆਪਣੇ ਆਪ, ਜਦੋਂ ਮਾਨਸਾ ਦੇ ਵਿੱਚ ਇੱਕ ਬਹੁਤ ਵੱਡੀ ਕਾਨਫਰੰਸ ਹੋਈ ਸੀ, ਜ਼ਗੀਰਦਾਰਾਂ ਨੇ ਆਪਣੇ ਆਪ ਆ ਕੇ ਰਜਿਸਟਰੀਆਂ ਰੱਖਤੀਆਂ ਸੀ, ਜਮ੍ਹਾਂਬੰਦੀਆਂ ਦੇ ਦਿੱਤੀਆਂ ਸੀ ਜੀ, ਸਾਡੀਆਂ ਜ਼ਮੀਨਾਂ ਵੰਡ ਦਿਓ। ਔਰ ਜਿਹੜੀ ਉਹ ਲੀਡਰਸ਼ਿਪ ਸੀ ਮੁਜ਼ਾਹਰੇ ਦੀ, ਜ਼ਮੀਨਾਂ ਫਿਰ ਉਹਨਾਂ ਨੇ ਵੰਡੀਆਂ ਸੀ। ਔਰ ਬਾਅਦ ਦੇ ਵਿੱਚ ਪੈਪਸੂ ਦੇ ਵਿੱਚ ਫਿਰ ਇੱਕ ਕਾਨੂੰਨ ਬਣਦਾ ਕਿ ਜਿੰਨਾ ਮਾਮਲਾ ਬਣਦਾ, ਜਿਹੜਾ ਮਾਮਲਾ ਆਪਾਂ ਦਿੰਦੇ ਹੁੰਦੇ ਹਾਂ, ਜਿੰਨਾ ਮਾਮਲਾ ਬਣਦਾ, ਮਾਮਲੇ ਦਾ 12 ਗੁਣਾ ਦੇ ਕੇ ਜਿਸ ਕਿਸਾਨ ਦੇ ਕਬਜ਼ੇ 'ਚ ਜਿੰਨੀ ਜ਼ਮੀਨ ਆ ਉਹਨੇ ਦੀ ਮਾਲਕੀ ਲੈ ਸਕਦੇ। ਤੇ ਮੇਰੀ ਯਾਦ ਆ ਸੀ ਜਦੋਂ ਪੜ੍ਹਦੇ ਹੁੰਦੇ ਸੀ, ਸਾਡੇ ਪੜ੍ਹਨ ਵੇਲੇ ਸਾਨੂੰ ਪੰਜਾਬੀ ਦੇ ਵਿੱਚ ਕਵਿਤਾ ਲੱਗੀ ਹੁੰਦੀ ਸੀ, ਪੰਜਾਬੀ ਲਿਟਰੇਚਰ ਦੇ ਵਿੱਚ, ਸੰਤੋਖ ਸਿੰਘ ਧੀਰ ਦੀ, ਅੱਜ ਫਸਲਾਂ ਥਾਂ ਥਾਂ ਗਾਉਂਦੀਆਂ ਕਿਸ਼ਨਗੜ੍ਹੀ ਦੇ ਗੀਤ। ਮਤਲਬ ਇਹ ਉਹ ਮੂਵਮੈਂਟ ਹੈ। ਇਸ ਗੱਲ ਨੂੰ ਇਹ ਭੁੱਲ ਗਏ ਕਿ ਇਹ ਮੂਵਮੈਂਟ ਕਿੱਥੋਂ ਤੱਕ ਜਾਊਗੀ। ਲੇਕਿਨ ਜਦੋਂ ਇਸ ਮੂਵਮੈਂਟ ਨੇ ਬਾਦਲ ਪਿੰਡ ਦਾ ਜਿਹੜਾ ਮਹਿਲ ਹੈ, ਉਸ ਮਹਿਲ ਦਾ ਰਸਤਾ ਵੀ ਬੰਦ ਕਰ ਦਿੱਤਾ,
ਤੇ ਫਿਰ ਸਮਝ ਪਈ ਕਿ ਅਸੀਂ ਕਿੱਥੇ ਫਿਰਦੇ ਆ, ਕਿਸਾਨ ਕਿੱਥੇ ਫਿਰਦਾ ਹੈ। ਅਸੀਂ ਕਿਸਾਨਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਸੀ। ਕਿਸਾਨ ਤਾਂ ਸਾਥੋਂ ਬਹੁਤ ਸੁਚੇਤ ਹੈ। ਇਹਨਾਂ ਤਾਂ ਐ ਸੀਗਾ ਨਾ, ਪੜ੍ਹੇ ਲਿਖੇ ਅਮਰੀਕਾ ਪੜ੍ਹ ਕੇ ਆਏ ਆ, ਸ਼ਾਇਦ ਚਲੋ ਇਹਨਾਂ ਦੀਆਂ ਗੱਲਾਂ ਕਾਰਪੋਰੇਟ ਹੀ ਸੀ। ਇਹਨਾਂ ਅਨਪੜ੍ਹ ਹੀ ਸਮਝਦੇ, ਕਿਸਾਨਾਂ ਨੂੰ ਐ ਨਹੀਂ ਪਤਾ ਵੀ ਰੜੇ ਵੇ ਇਹ। ਨਹੀਂ, ਉਹਨਾਂ ਦੀ ਜਿਹੜੀ ਹੈ ਲੀਡਰਸ਼ਿਪ ਹੈ, ਕਿਸਾਨਾਂ ਦੀ ਲੀਡਰਸ਼ਿਪ ਹੈ। ਜਿਵੇਂ ਆਪਾਂ ਕਿਸਾਨ ਯੂਨੀਅਨ ਦੀ ਗੱਲ ਕਰ ਲਈਏ, ਜਿਹੜੀਆਂ ਮਜ਼ਬੂਤ ਕਿਸਾਨ ਯੂਨੀਅਨ ਹੈ, ਜਿਹੜੀਆਂ ਮਾਲਵੇ ਦੇ ਇਸ ਹਿੱਸੇ ਦੇ ਵਿੱਚ ਐਕਟਿਵ ਹੈ, ਖਾਸ ਕਰਕੇ ਜੇ ਆਪਾਂ ਕਿਸਾਨ ਯੂਨੀਅਨ ਉਗਰਾਹਾਂ ਦੀ ਗੱਲ ਕਰੀਏ, ਉਗਰਾਹਾਂ ਵਾਲੇ ਬਹੁਤ ਇੰਟੈਲੀਜੈਂਟ ਬੰਦੇ ਆ। ਕੁੜੀ ਹਰਜਿੰਦਰ ਬਿੰਦੂ ਹੈ ਜਿਹੜੀ, ਹਰਜਿੰਦਰ ਕੌਰ ਬਿੰਦੂ ਜਿਹੜੀ ਭਾਸ਼ਣ ਦਿੰਦੀ ਹੈ, ਇਹਨਾਂ ਦੀ ਐਕਟਿੰਗ ਜਨਰਲ ਸੈਕਟਰੀ ਹੈ। ਉਹ ਤਾਂ ਮੈਨੂੰ ਨਹੀਂ ਸੀ ਪਤਾ ਵੀ ਕੁੜੀ ਕੌਣ ਹੈ, ਮੈਂ ਤਾਂ ਬਿੰਦੂ ਬਿੰਦੂ ਕਰਕੇ ਜਾਣਦਾ ਸੀ। ਉਹ ਤਾਂ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਹ ਕੁੜੀ ਮੇਘਰਾਜ ਭਗਤੂਆਣੇ ਦੀ ਬੇਟੀ ਹੈ। ਅੱਛਾ ਜੀ। ਮੇਘਰਾਜ ਭਗਤੂਆਣਾ ਜਦੋਂ ਪੂਰਾ ਟੈਰਰਿਜ਼ਮ ਚੱਲਦਾ ਸੀ, ਦੋ ਕਿਸਮ ਦਾ ਟੈਰਰਿਜ਼ਮ ਸੀ। ਇੱਕ ਸਟੇਟ ਟੈਰਰਿਜ਼ਮ ਸੀ, ਇੱਕ ਜਿਹੜਾ ਸੀਗਾ ਖਾੜਕੂ ਮਿਲੀਟੈਂਟ ਟੈਰਰਿਜ਼ਮ ਸੀ, ਉਹ ਸੀ। ਇਹ ਦੋਨਾਂ ਕਿਸਮ ਦੇ ਟੈਰਰਿਜ਼ਮ ਦੇ ਖਿਲਾਫ ਜਿਹੜੇ ਲੜਨ ਵਾਲੇ ਲੋਕ ਸੀ, ਮੇਘਰਾਜ ਭਗਤੂਆਣਾ ਉਹਨਾਂ ਦੀ ਅਗਵਾਈ ਕਰਦਾ ਸੀ। ਤੇ ਸੇਵੇ ਵਾਲੇ ਪਿੰਡ ਦੇ ਵਿੱਚ ਇੱਕ ਕਾਨਫਰੰਸ ਹੋਈ ਸੀ। ਉਸ ਕਾਨਫਰੰਸ ਦੇ ਵਿੱਚ ਟੈਰਰਿਸਟਾਂ ਨੇ ਅਟੈਕ ਕੀਤਾ ਸੀ, ਕਈ ਸਾਰੇ ਲੋਕ ਮਾਰੇ ਗਏ ਸੀ। ਮੇਘਰਾਜ ਭਗਤੂਆਣਾ ਵੀ ਮਾਰਿਆ ਗਿਆ ਸੀ। ਇਹ ਪੰਡਤਾਂ ਦੀ ਕੁੜੀ ਹੈ। ਪੰਡਤਾਂ ਦੀ ਕੁੜੀ ਕਿਸਾਨੀ ਐਜੀਟੇਸ਼ਨ ਦੇ ਵਿੱਚ ਆ ਕੇ ਕਿਹੋ ਜਿਹੇ ਭਾਸ਼ਣ ਦਿੰਦੀ ਹੈ, ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਕਿ ਕਿੰਨੇ ਟ੍ਰੇਨਡ ਬੰਦੇ ਉਹ ਸਮਝਦੇ। ਇਹ ਜਿਹੜੇ ਇੰਗਲੈਂਡ ਜਾਂ ਅਮਰੀਕਾ ਪੜ੍ਹੇ ਹੋਏ ਹੈ, ਇੰਗਲੈਂਡ ਅਮਰੀਕਾ ਪੜ੍ਹਨ ਵਾਲੇ ਸਪਲਾਈ ਐਂਡ ਡਿਮਾਂਡ ਦਾ ਡਿਮਾਂਡ ਵਾਲੀਆਂ ਤਾਂ ਉਹ ਫਾਰਮੂਲੇ ਸਮਝਾ ਸਕਦੇ ਆ, ਜਾਂ ਮਿਸਲੀਡਿੰਗ ਐਡਵਰਟਾਈਜ਼ਮੈਂਟਾਂ ਬਣਾ ਸਕਦੇ। ਭੁੱਖ ਕੀ ਹੁੰਦੀ ਹੈ ਉਹ ਨਹੀਂ ਸਮਝਦੇ। ਇਹ ਤਾਂ ਉਹੀ ਜਾਣਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਭੁੱਖ ਹੈਗੀ। ਉਹਦਾ ਫਿਰ ਫਰਾਂਸ ਵਾਲੀ ਰਾਣੀ ਵਾਂਗੂ ਕੇਕ ਖਵਾਉਂਦੀ ਸੀ ਨਾ। ਹਾਂ, ਇਸ ਕਰਕੇ ਮਤਲਬ ਜਦੋਂ ਇਹਨਾਂ ਨੇ ਦੇਖਿਆ ਕਿ ਗੱਲ ਨਹੀਂ ਬਣਨੀ, ਤੇ ਫਿਰ ਇਹਨਾਂ ਨੇ ਕਹਿਤਾ ਲਓ ਜੀ ਠੀਕ ਹੈ, ਅਸੀਂ ਅਸਤੀਫਾ ਦਿੰਦੇ। ਤੇ ਅਸਤੀਫਾ ਇਹਨਾਂ ਨੇ ਅਸਤੀਫਾ ਦਿੱਤਾ, ਵਾਪਸ ਆ ਗਏ। ਉਸ ਤੋਂ ਬਾਅਦ ਉਹ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਚ ਪਾਸ ਹੋ ਹੀ ਜਾਣਾ ਸੀ। ਰਾਜ ਸਭਾ ਦੇ ਵਿੱਚ ਧੋਖਾਧੜੀ ਨਾਲ ਪਾਸ ਕਰਵਾ ਲਿਆ। ਔਰ ਮਾਨਯੋਗ ਜਿਹੜੇ ਸਾਡੇ ਰਾਸ਼ਟਰਪਤੀ ਸਾਹਿਬ ਹੈ, ਆਮ ਤੌਰ ਤੇ ਮੰਨਿਆ ਜਾਂਦਾ ਕਿ ਰਾਸ਼ਟਰਪਤੀ ਜਿਹੜੀ ਰਬੜ ਦੀ ਮੋਹਰ ਹੁੰਦੇ ਆ, ਕਿਉਂਕਿ ਜੋ ਸਰਕਾਰ ਨੇ ਪਾਰਲੀਮੈਂਟ ਨੇ ਫੈਸਲਾ ਕਰਤਾ ਉਦੋਂ ਉਹ ਇੱਕ ਅੱਧੀ ਵਾਰੀ ਵਾਪਸ ਭੇਜ ਸਕਦੇ ਆ, ਬਸ ਇਨਕਾਰ ਨਹੀਂ ਕਰ ਸਕਦੇ। ਉਹਨਾਂ ਨੂੰ ਪ੍ਰਵਾਨਗੀ ਦੇਣੀ ਪਈ। ਮੋਰਓਵਰ ਸਾਡੇ ਜਿਹੜੇ ਮੌਜੂਦਾ ਰਾਸ਼ਟਰਪਤੀ ਸਾਹਿਬ ਹੈ, ਇਹ ਤਾਂ ਵੈਸੇ ਹੀ RSS ਦੀ ਜਿਹੜੀ ਕਿਰਪਾ ਦੇ ਨਾਲ ਆਏ ਹੋਏ। ਤੇ ਮੈਂ ਤਾਂ ਤਸਵੀਰਾਂ ਦੇਖ ਕੇ ਦੰਗ ਹੋ ਗਿਆ। ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਕਿ ਮਹਾਮਹਿਮ ਰਾਸ਼ਟਰਪਤੀ ਸਾਹਿਬ ਜਿਹੜੇ ਸਭ ਤੋਂ ਸੁਪਰੀਮ ਹੈ, ਜਿਹਨੂੰ ਪ੍ਰਾਈਮ ਮਿਨਿਸਟਰ ਨੇ ਬੁਲਾਉਣੀ ਹੁੰਦੀ ਹੈ, ਉਹ ਪ੍ਰਾਈਮ ਮਿਨਿਸਟਰ ਸਾਹਮਣੇ ਵੀ ਝੁਕੀ ਜਾਂਦੇ। ਉਹ ਅਮਿਤ ਸ਼ਾਹ ਮੂਹਰੇ ਵੀ ਝੁਕੀ ਜਾਂਦੇ। ਚਲੋ ਅਮਿਤ ਸ਼ਾਹ ਤੇ ਪ੍ਰਾਈਮ ਮਿਨਿਸਟਰ ਤੋਂ ਆਲ ਪਾਵਰਫੁਲ ਹੈ। ਜੋਗੀ ਆਦਿੱਤਿਆਨਾਥ ਦੇ ਮੂਹਰੇ ਵੀ ਉਹਨਾਂ ਨੂੰ ਵੀ ਫਤਿਹ ਬੁਲਾਈ ਜਾਂਦੀ। ਉਸ ਰਾਸ਼ਟਰਪਤੀ ਤੋਂ ਆਸ ਅਸੀਂ ਕੀ ਰੱਖਾਂਗੇ? ਉਹਨੇ ਚਲੋ ਉਹਨਾਂ ਨੂੰ ਪ੍ਰਵਾਨਗੀ ਦੇਤੀ, ਲੇਕਿਨ ਪ੍ਰਵਾਨਗੀ ਤੋਂ ਬਾਅਦ ਹੋਇਆ ਕੀ ਹੈ? ਪ੍ਰਵਾਨਗੀ ਤੋਂ ਬਾਅਦ ਕਿਸਾਨਾਂ ਦਾ ਰੋਹ ਹੋਰ ਜਿਹੜਾ ਹੈਗਾ ਤਿੱਖਾ ਹੋਇਆ, ਪ੍ਰਚੰਡ ਹੋ ਗਿਆ, ਹੋਰ ਪ੍ਰਚੰਡ ਹੋਇਆ। ਤੁਸੀਂ ਇਹ ਦੇਖੋ ਕਿ ਫਿਰੋਜ਼ਪੁਰ ਦੇ ਵਿੱਚ ਅੱਧ ਨੰਗੇ ਹੋ ਕੇ ਕਿਸਾਨਾਂ ਨੇ ਜਿਹੜਾ ਤੁਹਾਡਾ ਟ੍ਰੈਫਿਕ ਰੋਕਿਆ ਹੋਇਆ ਰੇਲ ਪਟੜੀਆਂ ਦੇ ਬੈਠੇ ਬੀਬੀਆਂ ਨੇ ਕੇਸਰੀ ਚੁੰਨੀਆਂ ਬੰਨ੍ਹ ਕੇ, ਕੇਸਰੀ ਚੁੰਨੀਆਂ ਸਿਰਾਂ ਦੇ ਉੱਤੇ ਲੈ ਕੇ ਇਹ ਹੈ ਕਿ ਜੇ ਅਸੀਂ ਘਰ ਚਲਾਉਣ ਜਾਣਦੀਆਂ, ਜੇ ਅਸੀਂ ਰੋਟੀ ਪਕਾਉਣ ਜਾਣਦੀਆਂ, ਜੇ ਅਸੀਂ ਖੇਤੀਬਾੜੀ ਦੇ ਵਿੱਚ ਆਪਣੇ ਮਰਦਾਂ ਦਾ, ਆਪਣੇ ਪਤੀਆਂ ਦਾ, ਆਪਣੇ ਬਾਪੂਆਂ ਦਾ, ਤਾਇਆਂ ਚਾਚਿਆਂ ਭਰਾਵਾਂ ਦਾ ਸਾਥ ਦੇ ਸਕਦੀਆਂ ਜੀ, ਤਾਂ ਫਿਰ ਅਸੀਂ ਸੰਘਰਸ਼ ਦੇ ਵਿੱਚ ਸਾਥ ਕਿਉਂ ਨਹੀਂ ਦੇ ਸਕਦੀਆਂ? ਕੇਸਰੀ ਰੰਗ ਹੈ ਜਿਹੜਾ ਤੁਹਾਨੂੰ ਪਤਾ ਕੁਰਬਾਨੀ ਦਾ ਪ੍ਰਤੀਕ। ਬਿਲਕੁਲ। ਉਹਨਾਂ ਨੇ ਕੁਰਬਾਨੀ ਦੀਆਂ ਚੁੰਨੀਆਂ ਲੈ ਕੇ ਸਿਰਾਂ ਦੇ ਉੱਤੇ, ਕਿਸਮ ਦਾ ਆਪਾਂ ਕਹਿ ਸਕਦੇ ਹਾਂ ਮਾਈ ਭਾਗੋ ਦਾ ਰੂਪ ਧਾਰਨ ਕਰਕੇ ਉਹ ਵੀ ਮੈਦਾਨ ਦੇ ਵਿੱਚ ਆਈਆਂ ਹੋਈਆਂ। ਅੱਜ ਮੈਂ ਦੇਖ ਰਿਹਾ ਸੀਗਾ ਬੜੇ ਵੱਡੇ ਪੱਧਰ ਦੇ ਉੱਤੇ ਤਿਆਰੀਆਂ ਚੱਲ ਰਹੀਆਂ, ਕਿਉਂਕਿ 1 ਅਕਤੂਬਰ ਤੋਂ 2 ਅਕਤੂਬਰ ਤੋਂ ਸਾਰੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਰੇਲਾਂ ਬੰਦ ਕਰਨ ਦਾ ਵੀ ਚੱਲ ਪਿਆ ਜੀ। 8 ਅਕਤੂਬਰ ਨੂੰ ਜਿਹੜੀ ਹਰਿਆਣੇ ਦੀ ਕਿਸਾਨ ਯੂਨੀਅਨ ਹੈ, ਬਲਵੀਰ ਸਿੰਘ ਰਾਜੋਵਾਲ ਵਗੈਰਾ, ਇਹਨਾਂ ਨੇ ਇੱਕ ਮੀਟਿੰਗ ਵੀ ਬੁਲਾ ਲਈ ਹਰਿਆਣੇ ਦੇ ਵਿੱਚ ਕਿ ਇਸ ਪ੍ਰੋਗਰਾਮ ਨੂੰ ਕਿਵੇਂ ਵਿਛਾਲਿਆ ਜਾਵੇ। ਆਪਾਂ ਹੁਣੀ ਗੱਲ ਕਰ ਰਹੇ ਸੀ, ਆਪਣਾ ਇੰਡੀਆ ਗੇਟ ਦੇ ਸਾਹਮਣੇ ਕਿਸਾਨਾਂ ਦੇ ਇੱਕ ਸਮੂਹ ਨੇ ਉੱਥੇ ਜਾ ਕੇ ਟਰੈਕਟਰ ਨੂੰ ਵੀ ਅੱਗ ਲਾਤੀ। ਇਹ ਵੈਸੇ ਟਰੈਕਟਰ ਨੂੰ ਅੱਗ ਲਾਉਣਾ ਕੋਈ ਮੈਂ ਨਹੀਂ ਸਮਝਦਾ ਵੀ ਇਹ ਚੰਗੀ ਗੱਲ ਹੈ, ਪਰ ਫਿਰ ਵੀ ਦੁਨੀਆ ਦਾ ਧਿਆਨ ਖਿੱਚਣ ਵਾਸਤੇ ਗੱਲ ਤਾਂ ਕੁਝ ਤਾਂ ਇਹੋ ਜਿਹੇ ਪ੍ਰੋਟੈਸਟ ਕਰਨੇ ਪੈਂਦੇ ਜੀ। ਕਿਉਂਕਿ ਜੇ ਇੱਥੇ ਜਿਹੜੀ ਐਜੀਟੇਸ਼ਨ ਚੱਲਦੀ ਹੈ, ਇੱਥੋਂ ਦੀ ਐਜੀਟੇਸ਼ਨ ਪ੍ਰਤੀ ਜਿਹੜਾ ਨੈਸ਼ਨਲ ਮੀਡੀਆ ਦਾ ਸਾਡੇ ਦਾ ਰੁਖ ਹੈ ਉਹ ਬੜਾ ਨਕਾਰਾਤਮਕ ਹੈ। ਜਿਹੜੀ ਹੁਣ ਅੱਜ ਇੱਕ ਟਰੈਕਟਰ ਨੂੰ ਅੱਗ ਲੱਗੀ ਹੈ, ਉਹਨੂੰ ਕਿਵੇਂ ਇਗਨੋਰ ਕਰਨਗੇ? ਜਿਹੜੀ ਉਹ ਵੀ ਦਿੱਲੀ ਦੇ ਆਪਣੇ ਇੰਡੀਆ ਗੇਟ ਦੇ ਸਾਹਮਣੇ, ਇਨ ਕੇਸ ਜੇ ਸਾਡਾ ਨੈਸ਼ਨਲ ਮੀਡੀਆ ਉਹਨੂੰ ਇਗਨੋਰ ਕਰੂਗਾ ਤਾਂ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਉਹਨੂੰ ਜ਼ਰੂਰ ਹਾਈਲਾਈਟ ਕਰੂਗਾ, ਭਾਵੇਂ ਬੰਦੇ 50 ਹੀ ਹੋਣ, ਕੁਝ ਵੀ ਹੋਵੇ। ਉਹਨਾਂ ਦੀ ਮਜਬੂਰੀ ਬਣ ਗਈ ਕਿ ਜਦੋਂ ਉਹਨਾਂ ਦੀਆਂ ਖਬਰਾਂ ਨੂੰ ਨੈਸ਼ਨਲ ਮੀਡੀਆ ਨਹੀਂ ਚੱਕਦਾ ਤਾਂ ਇੰਟਰਨੈਸ਼ਨਲ ਮੀਡੀਆ ਦੇ ਸਾਹਮਣੇ ਆਉਣ ਵਾਸਤੇ ਇੱਥੇ BBC ਨੂੰ ਆਉਣ ਵਾਸਤੇ ਪ੍ਰੋਬਲਮ ਹੈ। ਹਾਂਜੀ, BBC ਵਾਲਿਆਂ ਨੂੰ ਕੀ ਪਤਾ ਬਠਿੰਡੇ 'ਚ ਕੀ ਹੋਣਾ, ਉਹਨਾਂ ਨੂੰ ਕੀ ਪਤਾ ਰਿਮੋਟ ਏਰੀਆ 'ਚ ਕੀ ਹੋਣਾ, ਲੇਕਿਨ ਜੋ ਕੁਝ ਦਿੱਲੀ ਦੇ ਵਿੱਚ ਹੋ ਰਿਹਾ ਤੁਹਾਨੂੰ ਦਿਖਦਾ ਨਾ, ਉਹਨੂੰ ਹਾਈਲਾਈਟ ਕਰਕੇ ਕੋਈ ਦਿੱਲੀ ਦੇ ਵਿੱਚ ਇੰਟਰਨੈਸ਼ਨਲ ਮੀਡੀਆ ਬਹੁਤ ਵੱਡੇ ਤਾਦਾਦ ਦੇ ਵਿੱਚ ਬੈਠਾ ਹੈ ਔਰ ਉਹਨਾਂ ਨੇ ਕਰਨਾ। ਸੋ ਜਿੰਨਾ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਮੇਰਾ ਖਿਆਲ ਹੈ ਵੱਡਾ ਪ੍ਰਚੰਡ ਸ਼ਾਇਦ ਨਹੀਂ ਸੋਚਿਆ ਹੋਣਾ ਮੋਦੀ ਸਾਹਿਬ ਨੇ। ਮੈਂ ਗੱਲ ਸੁਣ ਰਿਹਾ ਸੀ,
ਕਿਸਾਨ ਦੀ ਉਹਨੂੰ ਕਹਿ ਕੇ ਜਦੋਂ ਮੋਦੀ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਪਾਰਲੀਮੈਂਟ ਦੇ ਵਿੱਚ ਕਿ ਤੁਹਾਨੂੰ MSP ਪੂਰਾ ਮਿਲੂਗਾ ਤੇ ਤੁਸੀਂ ਵਿਰੋਧ ਕਿਉਂ ਕਰਦੇ ਹੋ, ਤੇ ਉਹ ਬੰਦੇ ਨੇ ਬੜੀਆਂ ਵਧੀਆ ਗੱਲਾਂ ਕਹੀਆਂ। ਕਹਿੰਦਾ ਮੋਦੀ ਸਾਹਿਬ ਨੇ ਤਾਂ ਇਹ ਕਿਹਾ ਸੀਗਾ ਕਿ ਹਰ ਸਾਲ 2 ਕਰੋੜ ਨੌਕਰੀਆਂ ਦਿਆ ਕਰਾਂਗੇ, ਕੀ 6 ਸਾਲਾਂ ਚ ਦਿੱਤੀਆਂ? 10-12 ਕਰੋੜ ਲੋਕ ਜਿਹੜੇ ਹੈਗੇ ਬੇਰੁਜ਼ਗਾਰ ਹੋ ਗਏ, ਹੋਰ ਹੋ ਗਏ, ਨਵੇਂ ਨੂੰ ਤਾਂ ਕੀ ਦੇਣੇ ਸੀ? ਫਿਰ ਉਹ ਕਹਿੰਦਾ ਕਿ ਮੋਦੀ ਸਾਹਿਬ ਤਾਂ ਇਹ ਕਹਿੰਦੇ ਸੀ ਕਾਲਾ ਧਨ ਕਢਾ ਲਿਆਵਾਂਗੇ, ਉਹ ਨਿਕਲਿਆ ਪਰ ਕਾਲਾ ਧਨ ਕਢਾ ਲਿਆਂਦਾ। ਮੋਦੀ ਸਾਹਿਬ ਤਾਂ ਇਹ ਗੱਲ ਕਹਿੰਦੇ ਸੀ ਕਿ ਕਾਲਾ ਜਦੋਂ ਅਸੀਂ ਨੋਟਬੰਦੀ ਕਰਾਂਗੇ ਤਾਂ ਨੋਟਬੰਦੀ ਕਰਨ ਦੇ ਨਾਲ ਅੱਤਵਾਦ ਖਤਮ ਹੋਊਗਾ, ਕਹਿੰਦਾ ਹੋ ਗਿਆ। ਉਹ ਕਹਿੰਦੇ ਵੀ ਮੋਦੀ ਸਾਹਿਬ ਇਹ ਗੱਲ ਕਹਿੰਦੇ ਸੀ ਕਿ ਨੋਟਬੰਦੀ ਦੇ ਨਾਲ ਜਿਹੜਾ ਕਾਲਾ ਧਨ ਆਊਗਾ ਹਰ ਇੱਕ ਦੇ ਖਾਤੇ ਦੇ ਵਿੱਚ 15 ਲੱਖ ਪਹੁੰਚ ਗਿਆ, ਪਹੁੰਚ ਗਿਆ। ਉਹਨੇ ਕਿਹਾ ਮੋਦੀ ਸਾਹਿਬ ਨੇ ਤਾਂ ਇਹ ਗੱਲ ਕਹੀ ਸੀ ਕਿ ਜੇ 50 ਦਿਨਾਂ ਦੇ ਵਿੱਚ ਹਾਲਾਤ ਨਾਰਮਲ ਨਾ ਹੋਏ ਤਾਂ ਮੈਨੂੰ ਫਾਹੇ ਟੰਗ ਦਿਓ। ਕੀ ਉਹਨਾਂ ਨੇ ਫਾਹਾ ਲੈ ਲਿਆ? ਜੇ ਇਹ ਸਾਰੀਆਂ ਗੱਲਾਂ ਨਹੀਂ ਕਹੀਆਂ ਤਾਂ ਮੋਦੀ ਸਾਹਿਬ ਦੀ ਪਾਰਲੀਮੈਂਟ ਚ ਵਿਸ਼ਵਾਸ, ਵੈਸੇ ਸਭ ਤੋਂ ਵੱਡੀ ਗੱਲ ਉਹ ਆਪਦਾ ਵਿਸ਼ਵਾਸ ਗਵਾ ਚੁੱਕੇ। ਢਿੱਲੋਂ ਸਾਹਿਬ ਕੱਲ ਮੈਂ ਸਵੇਰੇ ਜੋਗਰ ਪਾਰਕ ਗਿਆ ਜੀ। ਦੇਖੋ ਕਿਸਾਨਾਂ ਦੀ ਤਾਂ ਗੱਲ ਕਰੀਏ, ਕਿਸਾਨ ਤਾਂ ਸਿੱਧੇ ਅਫੈਕਟਡ ਹੈ। ਉੱਥੇ ਇੱਕ ਮੈਨੂੰ ਪਦਰਪੁਰਸ਼ ਕਹਿੰਦੇ ਜੀ ਦਰਨੇ ਸਾਹਿਬ ਤੁਸੀਂ ਕੀ ਕਹਿੰਦੇ ਹੋ ਵੀ ਅਸੀਂ ਆਹ ਕਰਾਂ? ਕਹਿੰਦੇ ਅਸੀਂ ਤਾਂ ਰਜਵਾੜਾ ਸ਼ਾਹੀ ਚ ਚਲੇ ਗਏ। ਜਿਹੜੀ ਤੁਸੀਂ ਗੱਲ ਕੀ ਹੈ ਨਾ, ਰਜਵਾੜਿਆਂ ਵੇਲੇ ਜ਼ਮੀਨਾਂ ਦੇ ਹੱਕ ਨਹੀਂ ਹੁੰਦੇ ਸੀ, ਕਹਿੰਦੇ ਅਸੀਂ ਤਾਂ ਉਹੀ ਚਲੇ ਗਏ। ਇਹ ਰਾਜੇ ਹੋਣਗੇ, ਅਸੀਂ ਨੌਕਰ ਹੋਵਾਂਗੇ। ਬਿਲਕੁਲ। ਫਿਰ ਇੱਕ ਡਾਕਟਰ ਸਾਹਿਬ ਸੀ, ਉਹ ਕਹਿੰਦੇ ਜੀ ਸਭ ਤੋਂ ਵੱਡੀ ਗੱਲ ਤੇ ਇਹ ਕਿ ਸਾਡੀਆਂ ਇੱਥੇ ਬਠਿੰਡੇ ਚ ਲੈ ਲਓ 3 ਕਾਰਪੋਰੇਟ ਵੱਡੇ ਹਸਪਤਾਲ ਆਏ ਤੇ ਕਹਿੰਦੇ ਕਹੁੰਦੇ ਡਾਕਟਰ ਉੱਥੇ ਨੌਕਰੀ ਕਰਨ ਲੱਗੇ, ਉਹਨਾਂ ਦੇ ਹਸਪਤਾਲ ਫੇਲ ਹੋ ਗਏ, ਬੰਦ ਹੋ ਗਏ। ਠੀਕ ਹੈ, ਇਹ ਤਾਂ ਕਹਿੰਦੇ ਸਥਿਤੀ ਇੱਧਰ ਨੂੰ ਤੁਰੀ ਜਾਂਦੀ ਹੈ। ਮਤ ਸੋਚੋ ਵੀ ਇਕੱਲੇ ਕਿਸਾਨ ਨੇ, ਇਹ ਸੋਚ ਲਓ ਵੀ ਜਿੱਧਰ ਨੂੰ ਭਾਰਤ ਨੂੰ ਧੱਕਿਆ ਜਾ ਰਿਹਾ ਐਂਡ ਬੜੀ ਤੇਜ਼ੀ ਨਾਲ ਧੱਕਿਆ ਜਾ ਰਿਹਾ, ਹਰ ਬੰਦੇ ਨੂੰ ਸੋਚਣਾ ਪਊਗਾ। ਐਂਡ ਗੰਢੇ ਤੁਹਾਡੀਆਂ, ਫਿਰ ਕਹਿੰਦੇ ਗੰਢੇ ਭੁੱਲ ਜਾਓ, ਗੰਢੇ ਲਸਣ ਕੀ ਹੁੰਦਾ? ਨਹੀਂ, ਗੰਢੇ ਲਸਣ ਹੋ ਹੀ ਨਹੀਂ ਸਕਦੇ ਤੁਹਾਡੇ। ਤੁਸੀਂ ਇਹ ਦੇਖੋ ਕਿ ਇਸੇ ਜਿਹੜੇ ਕਾਨੂੰਨ 3 ਬਣਾਏ ਹੈ, ਉਹਨਾਂ ਦੇ ਵਿੱਚੋਂ ਇੱਕ ਕਾਨੂੰਨ ਹੈਗਾ ਐਸੈਂਸ਼ੀਅਲ ਕਮੋਡਿਟੀ, ਐਸੈਂਸ਼ੀਅਲ ਸਰਵਿਸ ਨਾਲ ਕਮੋਡਿਟੀ ਨਾਲ। ਉਹਦੇ ਵਿੱਚ ਕੀ ਹੈ? 3 ਚੀਜ਼ਾਂ ਉਹਦੇ ਵਿੱਚ, ਅਨਾਜ, ਪਿਆਜ਼, ਸਬਜ਼ੀਆਂ, ਗੰਢੇ ਵਗੈਰਾ, ਸਾਰਾ ਟਮਾਟਰ ਵਗੈਰਾ। ਉਹ ਕਹਿੰਦੇ ਵੀ ਜੇ ਕੋਈ ਮਹਾਮਾਰੀ ਫੈਲ ਗਈ, ਕਿਸੇ ਕਿਸਮ ਦੀ ਕੋਈ ਐਮਰਜੈਂਸੀ ਲੱਗ ਗਈ, ਉਹਨੂੰ ਛੱਡ ਕੇ ਬਾਕੀ ਆਮ ਹਾਲਤਾਂ ਦੇ ਵਿੱਚ ਤੁਸੀਂ ਅਸੀਮਤ ਉਹਦਾ ਸਟਾਕ ਕਰ ਲਓ, ਜਿਹਦੀ ਕੋਈ ਸੀਮਾ ਹੀ ਨਹੀਂ, ਤੁਸੀਂ ਉਹ ਸਟਾਕ ਕਰ ਸਕਦੇ ਹੋ। ਉਹ ਸਟਾਕ ਕੌਣ ਕਰੂਗਾ? ਉਹ ਵਪਾਰੀ ਅਦਾਨੀ ਕਰਨਗੇ। ਉਹ ਤਾਂ ਬਣਾ ਕੇ ਨਾ, ਦੇਖੋ ਮੋਗੇ ਕੋਲੇ ਕਿੱਡੇ ਵੱਡੇ ਉਹਨਾਂ ਨੇ, ਤੁਹਾਨੂੰ ਮੈਂ ਇਹੀ ਕਰਕੇ, ਉਹ ਅੰਬਾਨੀ ਤੇ ਅਦਾਨੀ ਕਰਨਗੇ। ਸਰਕਾਰ ਮੰਨ ਲਓ ਕਿਸਾਨਾਂ ਨੂੰ ਕਹਿੰਦੇ ਜੀ ਕਿਸਾਨਾਂ ਨੂੰ ਖੁਸ਼ ਕਰ ਦੇਣਗੇ। ਮੰਨ ਲਓ ਕਿਸਾਨਾਂ ਦਾ ਜਿਹੜੀ ਉਪਜ ਅੱਜ 10 ਰੁਪਏ ਕਿਲੋ 12 ਲੈ ਲਈ, ਚਲੋ ਉਹ ਵਿਕਦੀ ਆ, ਉਹ 15 ਲੈ ਲਈ, ਉਹ 20 ਲੈ ਲਈ, 20 ਰੁਪਏ ਲੈ ਕੇ ਉਹਨਾਂ ਨੇ ਰੱਖ ਲਈ, ਉਹਨਾਂ ਨੇ ਸਟੋਰ ਕਰ ਲਈ। ਸਟੋਰ ਕਰਨ ਤੋਂ ਬਾਅਦ ਉਹਨਾਂ ਨੇ ਕਹਿੰਦਾ 80 ਰੁਪਏ ਵੇਚਾਂਗੇ। ਔਰ ਕਿਹਦਾ ਕੰਜ਼ੂਮਰ? ਉਹਦੇ ਚ ਮੰਜੇ ਜਾਣਗੇ ਆਮ ਲੋਕ। ਮੈਂ ਤੁਹਾਨੂੰ ਅਗਲੀ ਦਿਨ ਗੱਲ ਦੱਸਾਂ, ਆਪਾਂ ਤੁਸੀਂ ਵੀ ਵਿਦੇਸ਼ ਦੇ ਵਿੱਚੋਂ ਘੁੰਮ ਕੇ ਆਏ, ਇੱਕ ਵਾਰੀ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ। ਆਪਾਂ ਉੱਥੇ ਕੀ ਦੇਖਦੇ ਹਾਂ ਕਿ ਆਪਾਂ ਜਿੰਨਾ ਸੱਜਣਾ ਨੂੰ ਮਿਲਣਾ ਹੁੰਦਾ ਹੈ, ਉਹ ਕਹਿੰਦੇ ਹੁੰਦੇ ਵੀਕਐਂਡ ਤੇ ਮਿਲਾਂਗੇ। ਆਪਾਂ ਬੈਠੇ ਝਾਕੀ ਜਾਂਦੇ ਹੁੰਦੇ ਆ। ਚਲੋ ਕਈ ਵਾਰੀ ਮੈਂ ਖੁਸ਼ਕਿਸਮਤ ਸੀ ਕਿ ਮੈਨੂੰ ਹਰਮੀਤ ਖੁੱਡੀਆਂ ਵਰਗਾ ਮਿੱਤਰ ਮਿਲ ਗਿਆ, ਜਿਹੜਾ ਮੈਨੂੰ ਆਪਦੇ ਨਾਲ ਹੀ ਚੱਕੀ ਫਿਰਦਾ ਸੀ, ਹਰ ਥਾਂ ਲਈ ਜਾਂਦਾ ਸੀ। ਬਹੁਤ ਸਾਰੇ ਲੋਕ ਜਿਹੜੇ ਸੱਜਣ ਮਿੱਤਰ ਆਪਣੇ ਜਾਂਦੇ, ਉਹ ਕਹਿੰਦੇ ਕਰੀਏ ਕੀ, ਘਰਿਆਂ 'ਚ ਬੈਠੇ। ਜਿਨ੍ਹਾਂ ਦੇ ਕੋਲੇ ਜਾਂਦੇ ਆ, ਉਹ ਮੀਆਂ ਜਿਹੜਾ ਮਰਦ ਦੀ ਨੌਕਰੀ ਕਿਸੇ ਵੇਲੇ ਸ਼ੁਰੂ ਹੁੰਦੀ ਹੈ, ਦੀ ਸ਼ਿਫਟ ਕਿਸੇ ਵੇਲੇ ਸ਼ੁਰੂ ਹੁੰਦੀ ਹੈ, ਉਹ ਆਉਂਦਾ ਤਾਂ ਵਾਈਫ ਦੀ ਸ਼ੁਰੂ ਹੋ ਜਾਂਦੀ ਹੈ। ਘਰ ਦੇ ਵਿੱਚ ਮਤਲਬ ਸਾਰਾ ਪਰਿਵਾਰ ਕਦੇ ਇਕੱਠੇ ਨਹੀਂ ਮਿਲ ਸਕਦੀ। ਬਿਲਕੁਲ, ਅਸੀਂ ਬਾਹਰ ਨਹੀਂ ਮਿਲ ਸਕਦੇ। ਮਤਲਬ ਉੱਥੇ ਕਾਰਪੋਰੇਟ ਜਿਹੜੀ ਦੁਨੀਆ ਹੈ, ਕਾਰਪੋਰੇਟ ਦੁਨੀਆ ਨੇ ਉਹਨਾਂ ਨੂੰ ਕਿਵੇਂ ਜਿਹੜਾ ਭੰਬਲ ਭੂਸੇ ਦੇ ਵਿੱਚ ਪਾਇਆ ਹੋਇਆ ਕਿ ਉਹ ਬੰਦੇ ਵਿਹਲੇ ਨਹੀਂ ਰਹਿ ਸਕਦੇ। ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ, ਪੰਜਾਬ ਦੇ ਵਿੱਚ ਜਿਸ ਬੰਦੇ ਕੋਲੇ 2 ਕਿੱਲੇ ਜ਼ਮੀਨ ਹੈ, 2 ਕਿੱਲੇ ਵਾਲਾ ਜ਼ਮੀਨ ਵੀ ਸਵੇਰੇ ਜਾ ਕੇ ਆਪਣੀ ਖੇਤੀ ਕਰਨ ਤੋਂ ਬਾਅਦ ਦੁਪਹਿਰੇ ਆ ਕੇ ਸੱਤ 'ਚ ਬਹਿ ਜਾਊਗਾ। ਉਹਦੀ ਇੱਕ ਸੋਸ਼ਲ ਲਾਈਫ ਹੈਗੀ, ਉਹਦੀ ਸੋਸ਼ਲ ਲਾਈਫ ਹੈ। ਜੇ ਬੰਦਾ ਦਿਹਾੜੀਦਾਰ ਆ, ਉਹਦੀ ਵੀ ਸੋਸ਼ਲ ਲਾਈਫ ਆ, ਉਹ ਵੀ ਰਾਤ ਨੂੰ ਆ ਕੇ ਬਹਿ ਜਾਊਗਾ। ਲੇਕਿਨ ਕਾਰਪੋਰੇਟ ਦੁਨੀਆ ਜਦੋਂ ਆ ਗਈ, ਜਦੋਂ ਇੱਥੇ ਕਾਰਪੋਰੇਟਰਾਂ ਦੇ ਕੋਲੇ ਸਾਰਾ ਕੁਝ ਗਿਆ, ਅਸੀਂ ਲੋਕ ਜਿਹੜੇ ਮਾਲਕੀ ਦਾ ਹੱਕ ਰੱਖਦੇ ਹਾਂ, ਅਸੀਂ ਦਿਹਾੜੀਏ ਬਣ ਜਾਗੇ। ਆ ਬੈਂਕ ਨਹੀਂ, ਪ੍ਰਾਈਵੇਟ ਬੈਂਕ ਜੀ। ਮੈਂ ਪੁੱਛਿਆ, ਮੈਂ ਕਿਹਾ ਵੀ ਤੁਸੀਂ ਪ੍ਰਾਈਵੇਟ ਵਾਲਿਆਂ ਦੇ ਕੀ ਵਰਕਿੰਗ ਹੈ ਤੁਹਾਡੀ ਅਪਾਇੰਟਮੈਂਟ? ਕਹਿੰਦੇ ਜੀ ਸਾਨੂੰ ਵੀ ਜਿਹੜੀ ਅਪਾਇੰਟਮੈਂਟ ਲੈਟਰ ਦਿੰਦੀ ਹੈ, ਉਹ ਵੀ ਫੀਲਡ ਜੌਬ ਦੀ ਦਿੰਦੇ ਆ, ਮਾਰਕੀਟਿੰਗ ਦੀ। ਸਾਨੂੰ ਆਫਿਸ ਜੌਬ ਦੀ ਅਪਾਇੰਟਮੈਂਟ ਲੈਟਰ ਨਹੀਂ ਦਿੰਦੇ। ਕਹਿੰਦੇ ਮੈਂ ਉਹਦਾ ਫਰਕ ਕੀ? ਕਹਿੰਦੇ ਜੇ ਆਫਿਸ ਜੌਬ ਦੀ ਦੇਣਗੇ ਤਾਂ ਅਸੀਂ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਕੰਮ ਕਰਨਾ। ਹੁਣ ਕਹਿੰਦੀ ਰਾਤ ਦੇ 10 ਵੀ ਵੱਜ ਜਾਂਦੇ, 11 ਵੀ ਵੱਜ ਜਾਂਦੇ, ਉਤੋਂ ਚਿੱਠੀਆਂ ਆ ਜਾਂਦੀਆਂ, ਆਹ ਕੰਮ। ਚਲੋ ਤਾਂ ਬਸ ਇਹਨਾਂ, ਜਦੋਂ ਕਾਰਪੋਰੇਟ ਦੁਨੀਆ ਦੇ ਕੋਲੇ ਸਾਰਾ ਕੰਟਰੋਲ ਚਲਾ ਗਿਆ ਤਾਂ ਫਿਰ ਜਿਹੜੀ ਤੁਹਾਡੀ ਪ੍ਰਾਈਵੇਟ ਲਾਈਫ ਹੈ ਉਹ ਖਤਮ ਹੋ ਜਾਣੀ ਹੈ, ਤੁਹਾਡੀ ਸੋਸ਼ਲ ਲਾਈਫ ਖਤਮ ਹੋ ਜਾਣੀ ਹੈ। ਤੁਸੀਂ ਤਾਂ ਪੁਰਜੇ ਹੋ ਮਸ਼ੀਨ ਦੇ, ਮਸ਼ੀਨ ਦਾ ਪੁਰਜਾ ਬਣ ਕੇ ਤੁਰੇ ਫਿਰੋਗੇ। ਇਹ ਉਸ ਪਾਸੇ ਨੂੰ ਲੈ ਕੇ ਜਾਣਾ ਚਾਹੁੰਦੀ ਹੈ ਸਰਕਾਰ, ਲੇਕਿਨ ਇਹਦੇ ਤੇ ਜਿਹੜਾ ਹੈ ਕਿਸਾਨ ਉਧਰ ਜਾਣ ਨੂੰ ਤਿਆਰ ਨਹੀਂ। ਜਿਸ ਕਿਸਮ ਦੀ ਐਜੀਟੇਸ਼ਨ ਉੱਠੀ ਹੈ, ਉਸ ਐਜੀਟੇਸ਼ਨ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਬਹੁਤਾ ਨਹੀਂ ਤੱਕ ਸਕਦੇ। ਪਰ ਢਿੱਲੋਂ ਸਾਹਿਬ ਇੱਕ ਚੀਜ਼ ਦੱਸੋ, ਸਾਰੇ ਇਹ ਗੱਲ ਸ਼ੰਕਾਵਾਂ ਨੇ, ਉਹ ਕਹਿੰਦੇ ਕਿ ਚਲੋ ਮੰਨ ਲਿਆ ਕਿ ਇਹਨਾਂ ਨੇ ਕਾਨੂੰਨ ਪਾਸ ਕਰਤਾ, ਕੀ ਸੂਬਾ ਸਰਕਾਰਾਂ ਇਸ ਕਾਨੂੰਨ ਨੂੰ ਮੰਨਣ 'ਚ ਪਾਬੰਦ ਹੋਣਗੀਆਂ? ਕਿ ਜਿਵੇਂ ਕੈਪਟਨ ਦਾ ਬਿਆਨ ਹੈ ਵੀ ਇਸੇ ਦੇ ਸੋਧ ਕਰਾਂਗੇ। ਨਹੀਂ, ਸੋਧ ਕਰਨ ਦਾ ਮਤਲਬ ਇਹ ਨਹੀਂ ਕਿ ਜਿਹੜਾ ਕੇਂਦਰ ਵਾਲਾ ਕਾਨੂੰਨ ਆ ਉਹਨੂੰ ਸੋਧ ਦੇਣਗੇ ਜੀ। ਕੇਂਦਰ ਦਾ ਕਾਨੂੰਨ ਬਣ ਗਿਆ, ਲੇਕਿਨ ਬਹੁਤ ਸਾਰੇ ਕਾਨੂੰਨ ਇਹੋ ਜਿਹੇ ਜਿਹੜੇ ਕਾਨੂੰਨਾਂ ਨੂੰ ਓਵਰ ਪਾਵਰ ਕਰਦਾ ਸੈਂਟਰ ਦਾ ਕਾਨੂੰਨ, ਸਟੇਟ ਦੇ ਕਾਨੂੰਨ ਜੀ।
ਜਿਹੜੇ ਪੁਰਾਣੇ ਕਾਨੂੰਨ ਹੈ, ਮਿਸਾਲ ਦੇ ਤੌਰ ਤੇ ਉਹਨੇ ਕਹਿੰਦਾ ਜੀ ਅਸੀਂ ਮੰਡੀ ਹੈ, ਇੱਕ ਦੇਸ਼ ਇੱਕ ਮੰਡੀ ਦਾ ਸਿਸਟਮ ਬਣਾਤਾ। ਜਿਹੜੀਆਂ ਜਦੋਂ ਇੱਕ ਦੇਸ਼ ਇੱਕ ਮੰਡੀ ਦੀ ਗੱਲ ਬਣਾ ਗਈ ਜੀ, ਬੰਦਾ ਜਿੱਥੋਂ ਮਰਜ਼ੀ ਚੱਕੇ ਤੇ ਲੈ ਕੇ ਤੁਰ ਜੇ, ਬਠਿੰਡੇ ਚੱਕੂ ਤੇ ਬੰਦਾ ਡੱਬ ਵਾਲੀ ਚਲਾ ਜਾਊਗਾ। ਜੀ ਜੀ। ਲੇਕਿਨ ਜਿਵੇਂ ਚੱਲਦੀ ਹੈ ਕਿ ਤੁਸੀਂ ਦੇਖੋ ਕਿ ਜਦੋਂ ਪਾਣੀ ਵਾਲਾ ਮਾਮਲਾ ਹੋਇਆ ਸੀ, SYL ਦੇ ਕੇਸ ਦਾ ਫੈਸਲਾ ਪੰਜਾਬ ਦੇ ਖਿਲਾਫ ਚਲਾ ਗਿਆ ਜੀ। SYL ਬਣਾਉਣੀ ਪੈਣੀ ਹੈ। ਇੱਥੋਂ ਤੱਕ ਸੈਂਟਰ ਨੂੰ ਹਦਾਇਤ ਕਰਤੀ ਸੀ ਕਿ ਜੇ ਪੰਜਾਬ ਇਹ SYL ਬਣਾ ਕੇ ਦੇਣ ਨੂੰ ਤਿਆਰ ਨਹੀਂ ਤਾਂ ਤੁਸੀਂ ਕਿਸੇ ਕੇਂਦਰੀ ਏਜੰਸੀ ਦੇ ਰਾਹੀਂ SYL ਦਾ ਨਿਰਮਾਣ ਕਰਾਓ। ਕੇਂਦਰੀ ਏਜੰਸੀ ਕਿਹੜੀ ਸੀ? ਵਾਰਡ ਰੋਡ ਆਰਗੇਨਾਈਜੇਸ਼ਨ, ਫੌਜ ਦੀ ਹੈ, ਉਹਦੇ ਰਾਹੀਂ ਕਰਵਾ ਦਿਓ। ਉਸ ਵੇਲੇ ਅਸੀਂ ਜਿੰਨਾ ਮਰਜ਼ੀ ਆਪਣੇ ਲੋਕ ਮਰਵਾਈ ਜਾਂਦੇ, ਨਹੀਂ ਸੀ ਰੁਕਣਾ। ਲੇਕਿਨ ਕਿਸੇ ਸਿਆਣੇ ਬੰਦੇ ਨੇ ਰਾਏ ਮਸ਼ਵਰਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਤੁਹਾਡੇ ਕੋਲ ਇੱਕ ਹੈ ਜੀ, ਤੁਹਾਡੇ ਕੋਲੋਂ ਜਿਹੜੀ ਇਹ ਲੈ ਕੇ ਜਾ ਰਹੇ ਆ, ਪਾਣੀ ਲੈ ਕੇ ਜਾ ਰਹੇ ਆ, ਜਿਹੜੇ ਤੁਹਾਡੇ ਪੁਰਾਣੇ ਸਮਝੌਤੇ ਹੋਏ ਆ, ਜਿਹੜੇ ਇੰਦਰਾ ਗਾਂਧੀ ਨੇ ਕਰਵਾਏ ਆ, ਜਾਂ ਜਿਹੜੀ SYL ਬਣਾਈ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਉਹਦੇ ਵਾਸਤੇ ਜ਼ਮੀਨ ਐਕਵਾਇਰ ਕਰਨ ਲਈ ਲਗਭਗ 2 ਕਰੋੜ ਰੁਪਈਆ ਹਰਿਆਣਾ ਤੋਂ ਲਿਆ ਸੀ। ਇਹ ਜੇ ਸਮਝੌਤੇ ਤੁਹਾਡੇ ਹੋਏ ਆ, ਪਾਣੀ ਤਾਂ ਹੀ ਜਾਂਦੇ ਜੀ, ਤੁਸੀਂ ਸਮਝੌਤੇ ਰੱਦ ਕਰ ਦਿਓ। ਸਮਝੌਤੇ ਹੁਣ ਜਿਹੜੇ ਹੈਗੇ, ਸਮਝੌਤੇ ਜਿਹੜੇ ਰੱਦ ਕਰਨੇ ਆ, ਮੁੱਖ ਮੰਤਰੀ ਦੇ ਕੀਤੇ ਹੋਏ ਸਮਝੌਤੇ ਨੂੰ, ਕੈਬਨਿਟ ਦੇ ਕੀਤੇ ਹੋਏ ਸਮਝੌਤੇ ਨੂੰ ਕੌਣ ਰੱਦ ਕਰ ਸਕਦਾ? ਉਹ ਤਾਂ ਵਿਧਾਨ ਸਭਾ ਕਰ ਸਕਦੀ। ਔਰ ਉਹਨਾਂ ਨੇ ਕਿਹਾ ਠੀਕ ਹੈ ਜੀ, ਕੋਈ ਗੱਲ ਨਹੀਂ। ਵਿਧਾਨ ਸਭਾ ਦੇ ਰਾਹੀਂ ਪੁਰਾਣੇ ਸਮਝੌਤੇ ਸਾਰੇ ਰੱਦ ਕਰਤੇ। ਜਦੋਂ ਸਮਝੌਤੇ ਰੱਦ ਕਰਤੇ, ਉਦੋਂ ਦਾ ਮਾਮਲਾ ਲਟਕਿਆ, ਭਾਵੇਂ ਪੰਜਾਬ ਦੇ ਖਿਲਾਫ ਹੋ ਗਿਆ ਕੇਸ, ਲੇਕਿਨ SYL ਅੱਜ ਤੱਕ ਨਹੀਂ ਨਿਕਲ ਸਕੀ। ਕਿਹੜੇ ਵੇਲੇ ਦੀ ਗੱਲ ਹੈ? 2000। ਗ੍ਰਾਮ ਸਭਾਵਾਂ ਦਾ ਵੀ ਇੱਕ ਬਹੁਤ ਤਕੜਾ ਰੋਲ। ਗ੍ਰਾਮ ਸਭਾਵਾਂ ਵੀ ਜਿਹੜੀਆਂ ਹੈਗੀਆਂ, ਗ੍ਰਾਮ ਸਭਾਵਾਂ ਦੇ ਜ਼ਰੀਏ ਤੁਹਾਨੂੰ ਪੰਚਾਇਤਾਂ ਨੂੰ, ਪੰਚਾਇਤ ਪਹਿਲੀ ਗੱਲ, ਪੰਚਾਇਤ ਕੋਈ ਚੀਜ਼ ਨਹੀਂ, ਗ੍ਰਾਮ ਸਭਾ ਹੈ। ਜਿਵੇਂ ਆਪਾਂ ਮੰਤਰੀ ਮੰਡਲ ਕਹਿ ਦਿੰਦੇ ਆ, ਮੁੱਖ ਮੰਤਰੀ ਹੈ, ਮੁੱਖ ਮੰਤਰੀ ਆਪਣੇ ਪੱਧਰ ਤੇ ਕੋਈ ਕਾਨੂੰਨ ਨਹੀਂ ਬਣਾ ਸਕਦਾ। ਕੈਬਨਿਟ ਸਿਰਫ ਤੇ ਸਿਰਫ ਆਰਡੀਨੈਂਸ ਬਣਾ ਸਕਦੀ ਹੈ। ਆਰਡੀਨੈਂਸ 6 ਮਹੀਨੇ ਵਾਸਤੇ, ਜੇ 6 ਮਹੀਨਿਆਂ ਦੇ ਵਿੱਚ ਉਹਨੂੰ ਵਿਧਾਨ ਸਭਾ ਦੀ ਪ੍ਰਵਾਨਗੀ ਨਹੀਂ ਮਿਲਦੀ ਤਾਂ ਉਹ ਖਤਮ ਹੈ, ਉਹਦੀ ਪ੍ਰਵਾਨਗੀ ਜ਼ਰੂਰੀ। ਇਵੇਂ ਜਿਵੇਂ ਜਿਹੜਾ ਗ੍ਰਾਮ ਸਭਾ ਹੈ, ਗ੍ਰਾਮ ਸਭਾ ਪਿੰਡ ਦੇ ਸਾਰੇ ਵੋਟਰ ਹੈ, ਉਹਨਾਂ ਦੇ ਪ੍ਰਤੀਨਿਧ ਦਾ ਪੰਚਾਇਤ ਮੈਂਬਰ ਤੇ ਸਰਪੰਚ, ਅਸਲ ਪਾਵਰ ਉਹਨਾਂ ਦੇ ਕੋਲੇ ਹੈ। 29 ਜਿਹੜੇ 29 ਮਹਿਕਮੇ, ਇਹ ਬਹੁਤ ਵੱਡੀ ਮਤਲਬ ਆਪਾਂ ਕਹਿ ਸਕਦੇ ਹਾਂ ਰਾਜੀਵ ਗਾਂਧੀ ਦੀ ਦੇਣ ਹੈ, ਜਿਹੜੀ 73ਵੀਂ ਤੇ 74ਵੀਂ ਅਮੈਂਡਮੈਂਟ ਕੀਤੀ ਸੀ ਵਿਧਾਨ ਦੇ ਵਿੱਚ। ਉਹਦੇ ਜਰੀਏ ਗ੍ਰਾਮ ਸਭਾਵਾਂ ਨੂੰ ਪਾਵਰਫੁਲ ਕੀਤਾ ਸੀ, 29 ਮਹਿਕਮੇ ਦਿੱਤੇ ਸੀ। ਜੇ ਗ੍ਰਾਮ ਸਭਾਵਾਂ ਇਹ ਕਹਿੰਦੀਆਂ ਕਿ ਸਾਨੂੰ ਇਹ ਕਾਨੂੰਨ ਪ੍ਰਵਾਨ ਨਹੀਂ, ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਦੇ ਹਾਂ, ਤਾਂ ਗ੍ਰਾਮ ਸਭਾ ਦਾ ਇੱਕ ਆਪਣਾ ਹੈ, ਉਹ ਆਪਣੇ ਖਿੱਤੇ ਦੇ ਵਿੱਚ ਉਹਨਾਂ ਨੇ ਬੰਦ ਕਰਤਾ। ਇਵੇਂ ਜਿਵੇਂ ਜੇ ਆਪਾਂ ਦੇਖੀ ਤਾਂ ਵਿਧਾਨ ਸਭਾ ਵੀ ਇਸ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰ ਸਕਦੀ ਹੈ। ਕਿਹੜੇ ਚ? ਜੀ, ਕਿ ਇੱਕ ਦੇਸ਼ ਇੱਕ ਮੰਡੀ ਹੈ। ਗ੍ਰਾਮ ਸਭਾ ਇਹ ਗੱਲ ਕਹਿ ਸਕਦੀ ਹੈ, ਵਿਧਾਨ ਸਭਾ ਇਹ ਗੱਲ ਕਹੇ ਕਿ ਸਾਰਾ ਪੰਜਾਬ ਹੀ ਇੱਕ ਮੰਡੀ ਹੈ। ਤਾਂ ਜਿਹੜਾ ਤੁਸੀਂ ਸੌਦਾ ਇੱਥੋਂ ਚੱਕੋਗੇ, ਉਸ ਸੌਦੇ ਦਾ ਟੈਕਸ ਤਾਂ ਤੁਹਾਨੂੰ ਅਦਾ ਕਰਨਾ ਹੀ ਪੈਣਾ। ਜਿਹੜਾ ਸੀ ਮਤਲਬ 4500 ਕਰੋੜ ਰੁਪਈਆ ਸਾਨੂੰ RDF ਦਾ, ਰੂਰਲ ਡਿਵੈਲਪਮੈਂਟ ਫੰਡ ਤੇ ਮਾਰਕੀਟਿੰਗ ਫੀਸ ਜਿਹੜੀ ਆਉਂਦੀ ਸੀ, ਉਹਦੇ ਤੋਂ ਸਟੇਟ ਨੂੰ ਬਿਰਵੇ ਕਰਤਾ ਸੀ। ਔਰ ਉਹਦਾ ਫਾਇਦਾ ਕਿਹਨੂੰ ਹੋਣਾ ਸੀ? ਕਾਰਪੋਰੇਟ ਘਰਾਣਿਆਂ ਨੂੰ। ਉਹ ਜਿਹੜੀ ਚੀਜ਼ ਤੁਹਾਡੀ ਹੈ ਉਹ ਖਤਮ ਹੋ ਸਕਦੀ ਹੈ। ਇਹ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ। ਅੱਜ ਵੀ ਕੈਪਟਨ ਅਮਰਿੰਦਰ ਸਿੰਘ ਨੇ ਮੇਰਾ ਖਿਆਲ ਦਿੱਤਾ ਬਿਆਨ ਇਸ ਗੱਲ ਦੇ ਉੱਤੇ, ਦੁਬਾਰਾ ਉਹਨੇ ਫਿਰ ਕਿਹਾ ਕਿ ਕਿਉਂਕਿ ਇਹ ਫੈਡਰਲ ਜਿਹੜਾ ਹੈਗਾ ਢਾਂਚੇ ਦੇ ਵਿੱਚ ਵੀ ਦਖਲਅੰਦਾਜ਼ੀ, ਸਾਡੇ ਕੰਸਟੀਟਿਊਸ਼ਨ ਨੇ ਸਾਡੇ ਦੇਸ਼ ਨੂੰ ਇੱਕ ਫੈਡਰਲ ਦੇਸ਼ ਬਣਾਇਆ ਹੋਇਆ ਹੈ। ਫੈਡਰਲ ਢਾਂਚੇ ਦੇ ਵਿੱਚ ਵੀ ਜਿਹੜੀ ਦਖਲਅੰਦਾਜ਼ੀ ਹੈ, ਉਹਨੂੰ ਵੀ ਚੈਲੰਜ ਦਿੱਤਾ ਜਾ ਸਕਦਾ ਸੁਪਰੀਮ ਕੋਰਟ 'ਚ। ਪਰ ਹੁਣ ਇੱਥੇ ਗੱਲ ਇਹ ਹੈ, ਜਦੋਂ ਫਿਰ ਕਈ ਵਾਰੀ ਸਰੋਤੇ ਕਹਿੰਦੇ ਕਿ ਤੁਸੀਂ ਮੁੜ ਕੇ ਅਕਾਲੀਆਂ ਤੇ ਆਇਆ ਨਹੀਂ, ਕੁਝ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਅਸੀਂ ਆਪ ਗਲਤੀਆਂ ਕੀਤੀਆਂ। ਜਿਵੇਂ ਤੁਸੀਂ ਇਹ ਦੇਖੋ ਕਿ ਅਸੀਂ ਫੈਡਰਲਿਜ਼ਮ ਦੇ ਸਭ ਤੋਂ ਵੱਡੇ ਮੁੱਦੇ, ਅਕਾਲੀ ਦਲ ਨੇ ਇੱਕ ਰੈਜੂਲੇਸ਼ਨ ਪਾਸ ਕੀਤਾ ਸੀ, ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ। ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ ਖੁਦ ਮੁਖਤਿਆਰੀ ਦੀ ਗੱਲ ਕਰਦਾ। ਉਹ ਕਹਿੰਦਾ ਸਿਰਫ 4 ਮਹਿਕਮੇ ਜਿਹੜੇ ਹੈਗੇ ਆ, ਡਿਫੈਂਸ, ਡਾਕ ਐਂਡ ਤਾਰ, ਫੋਰਨ ਅਫੇਅਰਸ, ਕਰੰਸੀ, ਇਹਨਾਂ ਨੂੰ ਛੱਡ ਕੇ ਸਾਰੇ ਦੇ ਸਾਰੇ ਅਧਿਕਾਰ ਜਿਹੜੇ ਹੈਗੇ ਆ ਸੂਬਿਆਂ ਕੋਲੇ। ਇਹ ਕਹਿੰਦਾ ਸਾਡਾ ਫੈਡਰਲ ਢਾਂਚਾ, ਸਾਡਾ ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ। ਅਨੰਦਪੁਰ ਸਾਹਿਬ ਦੇ ਰੈਜੂਲੇਸ਼ਨ ਦੇ ਉੱਤੇ ਮੋਹਰ ਅਕਾਲੀ ਦਲ ਦੀ ਲੱਗੀ ਵੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਮੋਹਰ ਲਾਉਣ ਵਾਲਾ ਸੀ, ਕਿਉਂਕਿ ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ 1973 ਦੇ ਵਿੱਚ ਪਾਸ ਹੁੰਦਾ ਹੈ। ਲੇਕਿਨ 2019 ਦੇ ਵਿੱਚ ਆ ਕੇ ਅਸੀਂ ਸਟੈਂਡ ਕੀ ਲੈਣੇ? 2019 ਦੇ ਵਿੱਚ ਫੈਡਰਲਿਜ਼ਮ ਦੇ ਖਿਲਾਫ ਅਸੀਂ ਵੋਟਾਂ ਪਾਉਣੇ ਜਦੋਂ ਕਸ਼ਮੀਰ ਦੇ ਵਿੱਚ ਧਾਰਾ 370 ਜਿਹੜੀ ਉਹਨਾਂ ਨੂੰ ਖੁਦ ਮੁਖਤਿਆਰੀ ਦਿੰਦੀ ਹੈ, ਧਾਰਾ 370 1950 ਚ ਪ੍ਰਵਾਨ ਕੀਤੀ ਸੀ, ਜਿਹਦੇ ਰਾਹੀਂ 1970 ਦੇ ਵਿੱਚ ਕਸ਼ਮੀਰ ਨੂੰ ਖੁਦ ਮੁਖਤਿਆਰੀ ਦਿੱਤੀ ਸੀ। ਕਸ਼ਮੀਰ ਦੀ ਖੁਦ ਮੁਖਤਿਆਰੀ ਜਦੋਂ ਵਾਪਸ ਲਈ ਜਾਂਦੀ ਹੈ, ਚਲੋ ਭਾਰਤੀ ਜਨਤਾ ਪਾਰਟੀ ਦਾ ਤਾਂ ਲਵੇ ਉਹਨਾਂ ਦਾ ਏਜੰਡਾ ਸੀ, ਅਕਾਲੀ ਦਲ ਦਾ ਏਜੰਡਾ ਤਾਂ ਹੈ ਨਹੀਂ ਸੀ। ਅਕਾਲੀ ਦਲ ਦੀਆਂ 2 ਵੋਟਾਂ ਲੋਕ ਸਭਾ 'ਚ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਬਾਦਲ, 3 ਵੋਟਾਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਰਾਜ ਸਭਾ ਦੇ ਵਿੱਚ, ਨਰੇਸ਼ ਗੁਜਰਾਲ, ਸੁਖਦੇਵ ਸਿੰਘ ਢੀਂਡਸਾ ਤੇ ਬਲਵਿੰਦਰ ਸਿੰਘ ਭੂੰਦੜ, 5 ਦੀਆਂ 5 ਵੋਟਾਂ ਜਿਹੜੀਆਂ ਹੈਗੀਆਂ ਕਸ਼ਮੀਰੀਆਂ ਦੇ ਖਿਲਾਫ ਹੈਗੀਆਂ।
ਜਦੋਂ ਤੁਸੀਂ ਆਪਦੇ ਪੈਰ ਕੁਹਾੜਾ ਆਪ ਮਾਰੋਗੇ ਫਿਰ ਤਾਂ ਮਤਲਬ ਤੁਹਾਡਾ ਹੁਣੇ ਸੋ ਸਟੇਟ ਦੇ ਕੋਲੇ ਪਾਵਰਾਂ ਹੈਗੀਆਂ। ਸਟੇਟ ਆਪਣਾ ਜਿਹੜਾ ਹੈਗਾ ਵਿਦਨ ਜਿਹੜੀਆਂ ਉਹਨਾਂ ਦੀ ਆਪਦੀਆਂ ਪਾਵਰਾਂ ਉਹਦੇ ਵਿੱਚ ਆਪਣਾ ਜਿਹੜਾ ਹੈਗਾ ਢਾਂਚਾ ਉਹਦੇ ਵਿੱਚ ਕੁਝ ਕਰ ਸਕਦੀਆਂ। ਵੈਸੇ ਗੱਲ ਇਹ ਹੈ ਵੀ ਕੈਪਟਨ ਅਮਰਿੰਦਰ ਸਿੰਘ ਕਈ ਵਾਰੀ ਕ੍ਰਿਸ਼ਮਾ ਕਰਕੇ ਦਿਖਾਉਂਦਾ ਹੁੰਦਾ ਹੈ। ਜਿਵੇਂ 2000 ਆਪਣੀ 2 ਤੋਂ 7 ਦੇ ਦੌਰਾਨ ਉਹਨੇ ਪਾਣੀ ਵਾਲਾ ਕੀਤਾ ਸੀ, ਉਦੋਂ ਦਾ ਠੁੱਲ ਨਾ ਵੱਜਿਆ ਕਿਤੇ ਦੀ ਕਿਤੇ ਗਿਆ। ਸੰਭਾਵਨਾ ਇਹ ਬਣਦੀ ਹੈਗੀ ਸੰਭਾਵਨਾ ਕਿ ਕੁਛ ਨਾ ਕੁਛ ਕਰਨਗੇ, ਕਿਉਂਕਿ ਜਿਹੜੀਆਂ ਹਵਾਵਾਂ ਆ ਰਹੀਆਂ ਕਾਂਗਰਸ ਦੇ ਖੀਮੇ ਦੇ ਵਿੱਚ ਉਹਨਾਂ ਦੇ ਲੀਡਰਾਂ ਨਾਲ ਗੱਲ ਕਰਦੇ ਉਹ ਕਹਿੰਦੇ ਆ ਵੀ ਤਿਆਰੀ ਕੀਤੀ ਜਾ ਰਹੀ ਹੈ ਪੂਰੀ। ਔਰ ਕੈਪਟਨ ਨੇ ਤਾਂ ਇਹ ਵੀ ਗੱਲ ਕਹਿ ਦਿੱਤੀ ਕਿ ਜਿਹੜੀਆਂ ਅਸੀਂ ਅਮੈਂਡਮੈਂਟਸ ਕਰਨੀਆਂ, ਜਿਹੜੇ ਅਸੀਂ ਕਾਨੂੰਨ ਬਣਾਉਣੇ ਉਹਦੇ ਵਾਸਤੇ ਅਸੀਂ ਰਾਏ ਕਰਨੀ ਹੈ। ਕਿਹਦੇ ਨਾਲ ਰਾਏ ਕਰਨੀ ਹੈ? ਉਹ ਕਹਿੰਦੇ ਜਿੰਨੀਆਂ ਕਿਸਾਨ ਜਥੇਬੰਦੀਆਂ ਸੰਘਰਸ਼ੀਲ ਹੈ ਜੀ, ਸੰਘਰਸ਼ ਦੇ ਵਿੱਚ ਉਹਨਾਂ ਦੇ ਲੀਡਰਾਂ ਨਾਲ ਰਾਏ ਮਸ਼ਵਰਾ ਕਰਾਂਗੇ। ਉਹਨਾਂ ਪਾਰਟੀਆਂ ਨਾਲ ਰਾਏ ਮਸ਼ਵਰਾ ਕਰਾਂਗੇ ਜਿਹੜੀਆਂ ਪਾਰਟੀਆਂ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਹੈ। ਉਹਨਾਂ ਵਿਦਵਾਨਾਂ ਨਾਲ, ਉਹਨਾਂ ਮਾਹਰਾਂ ਨਾਲ ਗੱਲਾਂ ਕਰਾਂਗੇ ਜਿਹੜੇ ਲੋਕ ਇਹਦੇ ਬਾਰੇ ਜਾਣਕਾਰ ਹੈ, ਜਿਵੇਂ ਪ੍ਰੋਫੈਸਰ ਆਪਣਾ ਦਵਿੰਦਰ ਸ਼ਰਮਾ ਜੀ, ਸੁੱਚਾ ਸਿੰਘ ਗਿੱਲ ਵਰਗੇ ਲੋਕ। ਅਸੀਂ ਉਹਨਾਂ ਨਾਲ ਰਾਏ ਮਸ਼ਵਰਾ ਕਰਾਂਗੇ। ਉਹਨਾਂ ਨਾਲ ਰਾਏ ਮਸ਼ਵਰਾ ਕਰਨ ਤੋਂ ਬਾਅਦ ਫਿਰ ਕਾਨੂੰਨੀ ਮਾਹਰਾਂ ਨਾਲ ਰਾਏ ਕਰਾਂਗੇ। ਵੈਸੇ ਮੇਰੀ ਇਨਫੋਰਮੇਸ਼ਨ ਇਹ ਹੈ ਕਿ ਸ਼ਾਇਦ ਕੱਲ ਤੱਕ ਦਿੱਲੀ ਤੋਂ ਕੁਝ ਵਕੀਲਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਬੁਲਾਇਆ ਹੋਇਆ ਜੀ, ਜਿਨ੍ਹਾਂ ਨਾਲ ਉਹਨੇ ਰਾਏ ਮਸ਼ਵਰਾ ਕਰਨਾ। ਉਹਦੇ ਚ ਕੀ ਰਾਏ ਮਸ਼ਵਰਾ ਕਰਦੇ, ਕੀ ਰਾਏ ਦਿੰਦੇ ਹੈ, ਇਹ ਦੋਨਾਂ ਪੱਖਾਂ ਤੋਂ ਲੜਾਈ ਹੋਊਗੀ। ਵਿਧਾਨਕ ਵੀ ਲੜੀ ਜਾਊਗੀ ਤੇ ਕਾਨੂੰਨੀ ਵੀ ਲੜੀ ਜਾਊਗੀ। ਪਰ ਇੱਕ ਚੀਜ਼ ਹੈ ਢਿੱਲੋਂ ਸਾਹਿਬ, ਹੁਣ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਲੋਕ ਕਹਿੰਦੇ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਵੇ, ਅਸਤੀਫਾ ਦੇ ਤਾਂ ਪ੍ਰੈਸ਼ਰ ਬਣਿਆ, ਇਹਨਾਂ ਨੇ ਆਪਦਾ ਗੱਠਜੋੜ ਵੀ ਤੋੜ ਲਿਆ, ਜਿਹੜਾ ਇਹਨਾਂ ਦਾ ਵਿਆਹ ਹੋਇਆ ਸੀਗਾ ਤਲਾਕ ਹੋ ਗਿਆ। ਹੁਣ ਲੋਕ ਅੱਜ ਵੀ ਨਹੀਂ ਸੱਚ ਮੰਨਦੇ, ਇਹਦਾ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ। ਵਿਸ਼ਵਾਸ ਹੀ ਕਿ ਸਿਧਾਂਤਕ ਹੈ ਕਿ ਇਹ ਇਹਨਾਂ ਦਾ ਮੌਕਾ ਪ੍ਰਸਤ ਫੈਸਲਾ ਹੈ। ਉਧਰ ਹਰਸਿਮਰਤ ਕੌਰ ਬਾਦਲ ਜਿਹੜੇ ਆ ਉਹ ਮੰਡੀਆਂ ਨੂੰ ਨਿਕਲ ਪਏ ਨੇ, ਲੋਕ ਮੀਟਿੰਗਾਂ ਦੇ ਉੱਤੇ ਲੱਗ ਪਏ ਨੇ। ਦੇਖੋ ਗੱਲ ਇਹ ਹੈ ਕਿ ਸਿਆਸਤਦਾਨ ਸਿਆਸਤ ਤੋਂ ਬਗੈਰ ਹੋਰ ਕੋਈ ਕੰਮ ਨਹੀਂ ਕਰ ਸਕਦਾ, ਲੇਕਿਨ ਜਿਨ੍ਹਾਂ ਦੇ ਕੋਲੇ ਰਾਜ ਭਾਗ ਹੁੰਦਾ ਉਹ ਇੱਕੋ ਟਾਈਮ ਦੇ ਉੱਤੇ ਕਈ ਕੰਮ ਕਰ ਰਹੇ ਨੇ, ਬਹੁਤ ਕੁਝ ਕਰ ਲੈਂਦੇ। ਹੁਣ ਰਾਜ ਭਾਗ ਜਿਹੜਾ ਹੈਗਾ ਦੁਬਾਰਾ 2022 ਚ ਆਉਂਦਾ ਕਿ ਨਹੀਂ ਆਉਂਦਾ, ਉਹ ਵੱਖਰੀ ਜੁਦਾ ਗੱਲ ਹੈ। ਉਹ ਇੱਕ ਵੱਖਰੀ ਜੁਦਾ ਗੱਲ ਹੈ। ਨਹੀਂ ਉਹੀ ਗੱਲ ਜਿਹੜੀ ਹੈ ਟਿਕਣ ਨਹੀਂ ਦਿੰਦੀ। ਉਹ ਕਈ ਕਹਿੰਦੇ ਹੁੰਦੇ ਨੇ ਵੀ ਰਾਤ ਨੂੰ ਸੁਪਨੇ ਚ ਜਿਹੜੇ ਹਊ ਬੜਕੇ ਆਉਂਦੇ ਉਹ ਹਊ ਬੜਕੇ ਬੜਾ ਤੰਗ ਕਰਦੇ ਹੈ। ਵੱਡੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਕਹਿੰਦਾ ਜੀ ਅਸੀਂ ਵਿਰੋਧ ਕੀਤਾ ਇਹਦਾ। ਵਿਰੋਧ ਇਹਨਾਂ ਨੇ ਉਦੋਂ ਕੀਤਾ ਜਦੋਂ ਸਾਰਾ ਕੁਝ ਹੋ ਗਿਆ ਸੀ। ਉਹ ਸੱਪ ਕੁੱਟਣ ਦਾ ਲੀ ਕਦੋਂ ਕੁੱਟਣ ਦਾ ਜੇ ਤਾਂ ਵਿਰੋਧ ਹੁੰਦਾ ਉਸ ਦਿਨ ਜਿਸ ਦਿਨ ਆਰਡੀਨੈਂਸ ਆਇਆ ਸੀ ਬੀਬਾ ਜੀ ਉਸ ਦਿਨ ਬਾਹਰ ਆਈ ਤੇ ਰੱਖੀ ਹੁੰਦੀ ਸੁੱਟੀ, ਹਾਂ ਉਸ ਦਿਨ ਬਾਹਰ ਆ ਜਾਂਦੇ ਤਾਂ ਆਪਾਂ ਕਹਿ ਸਕਦੇ ਸੀ ਕੁਰਬਾਨੀ ਕੀਤੀ ਹੈ। ਦੂਜੀ ਹੈ ਕਿ ਪਤਾ ਨਹੀਂ ਐਡਵਾਈਜ਼ਰ ਕਿਹੋ ਜਿਹੇ ਹੈ, ਉਹ ਐਡਵਾਈਜ਼ਰ ਇਹਨਾਂ ਨੂੰ ਸਲਾਹਾਂ ਕੀ ਦਿੰਦੇ। ਚਲੋ ਹਰਸਿਮਰਤ ਕੌਰ ਬਾਦਲ ਮੰਨ ਲਈ ਆਪਾਂ ਕੈਬਨਿਟ ਦੀ ਮੈਂਬਰ ਆ, ਉਹਦੀ ਮਜਬੂਰੀ ਹੈ, ਉਹਨੂੰ ਉੱਥੇ ਸਹੀ ਪਾਉਣੀ ਪੈ ਗਈ ਆਰਡੀਨੈਂਸਾਂ ਤੇ। ਸੁਖਬੀਰ ਸਿੰਘ ਬਾਦਲ ਕਿਉਂਕਿ ਪ੍ਰੈਜ਼ੀਡੈਂਟ ਹੈ ਜੀ, ਪ੍ਰੈਜ਼ੀਡੈਂਟ ਹੋਣ ਦੇ ਨਾਤੇ ਉਹਨੂੰ ਕੁਲੀਸ਼ਨ ਧਰਮ ਵੀ ਨਿਭਾਉਣਾ ਪੈਂਦਾ ਜੀ। ਕੁਝ ਚੀਜ਼ਾਂ ਆਪਣੀਆਂ ਮਨਵਾਉਣੀਆਂ ਪੈਂਦੀਆਂ, ਬਹੁਤੀਆਂ ਜਿਹੜੇ ਭਾਰੂ ਉਹਨਾਂ ਦੀਆਂ ਮੰਨਣੀਆਂ ਪੈਂਦੀਆਂ, ਉਹ ਵੀ ਗੱਲ ਹੈ। ਲੇਕਿਨ ਇਹ ਬੇਵਕੂਫੀ ਕਿਹਨੇ ਕਿਹਾ ਸੀ ਕਿ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਅਪੀਲ ਕਰਾ ਦਿਓ ਕਿ ਜੀ ਇਹ ਕਾਨੂੰਨ ਬਹੁਤ ਵਧੀਆ ਜੀ, ਆਰਡੀਨੈਂਸ ਬੜੇ ਵਧੀਆ ਨੇ, ਤੁਸੀਂ ਇਹਨਾਂ ਦੇ ਕਰੋ ਜੀ। ਕਿ ਸਾਡੇ ਕੋਲ ਚਿੱਠੀ ਆ ਗਈ ਹੈ ਜੀ ਖੇਤੀਬਾੜੀ ਮੰਤਰੀ ਦੀ, ਆ ਦੇਖੋ ਜੀ ਉਹਨਾਂ ਨੇ ਅਕਾਲੀ ਦਲ ਨੂੰ ਲਿਖ ਕੇ ਦੇ ਦਿੱਤਾ ਹੈ। ਫਿਰ ਕਹਿੰਦੇ ਜੀ ਅਸੀਂ MSP ਰਖਵਾਵਾਂਗੇ, ਆਪਾਂ ਤਾਂ ਬਣਵਾਇਆ ਸੀ, ਆਪਣੀ ਪਾਰਟੀ ਦਾ ਬਣਾਉਂਦੀ ਸੀ। ਇਹ ਸਾਰੀਆਂ ਗੱਲਾਂ ਕਹਿ ਸੀ। ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਨਾ ਬੁਲਾਉਂਦੇ, ਉਹਨੂੰ ਬਿਲਕੁਲ ਜਿਵੇਂ ਕਹਿੰਦੇ ਭੜੋਲੇ ਚ ਪਾ ਕੇ ਬਜ਼ੁਰਗ ਰੱਖਿਆ ਹੋਇਆ ਸੀ ਉਹਨੂੰ ਰੱਖਦੇ, ਹੁਣ ਬੁਲਾਉਂਦੇ ਮੌਕੇ ਤੇ। ਇੱਕ ਸਟੇਜ ਕੀ ਸੀ ਕਿ ਜਦੋਂ ਜਿੱਦੇ ਹਮਾਇਤ ਵਾਪਸ ਲੈਣੀ ਸੀ ਉਸ ਦਿਨ ਇੱਕ ਜਨਤਕ ਤੌਰ ਤੇ ਸਟੇਟਮੈਂਟ ਦਵਾਉਂਦੇ ਕਿ ਮੈਂ ਅਕਾਲੀ ਦਲ ਦਾ ਸਰਪ੍ਰਸਤ ਹੋਣ ਦੇ ਨਾਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਹੁਕਮ ਦੇਣਾ ਕਿ NDA ਤੋਂ ਆਪਣਾ ਤੋੜ ਵਿਛੋੜਾ ਕਰ ਲਓ, ਔਰ ਜਿਹੜੀ ਆਪਣੀ ਕੈਬਨਿਟ ਮੈਂਬਰ ਹੈ ਹਰਸਿਮਰਤ ਕੌਰ ਬਾਦਲ ਉਹਨੂੰ ਵਾਪਸ ਬੁਲਾਓ। ਲੋਕਾਂ ਨੇ ਕਹਿਣਾ ਸੀ ਜੀ ਆਹ ਦੇਖੋ ਇਹ ਕਿਸਾਨਾਂ ਦਾ ਮਸੀਹਾ, ਉਹਨੇ ਗੱਲ ਮੰਨ ਲਈ। ਲੋਕਾਂ ਦੇ ਤੇ ਇਹ ਗੱਲ ਦੀ ਅਪੀਲ ਕਰਨੀ ਸੀ, ਲੇਕਿਨ ਪਹਿਲੇ ਦਿਨ ਤਾਂ ਉਹ ਕਹਿੰਦੇ ਵੀ ਹਾਂਜੀ ਠੀਕ ਹੈ। ਅੱਜ ਅਖਬਾਰਾਂ 'ਚ ਮੈਂ ਬਿਆਨ ਪੜ੍ਹ ਰਿਹਾ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਵੀ ਬੜੇ ਲੰਬੇ ਸਮੇਂ ਬਾਅਦ ਬਾਪ ਮੇਰੇ ਨੇ ਕਹਿੰਦੇ ਮੇਰੀ ਪਿੱਠ ਥਪਥਪਾਈ, ਮੈਨੂੰ ਸ਼ਾਬਾਸ਼ੀ ਦਿੱਤੀ, ਕਹਿੰਦੇ ਵੀ ਆਹ ਫੈਸਲਾ ਬੜਾ ਵਧੀਆ। ਹੁਣ 20 ਦਿਨ ਪਹਿਲਾਂ ਦਾ ਬਾਪ ਕੀ ਕਹੀ ਜਾਂਦਾ ਸੀ ਕਿ ਫੈਸਲਾ ਜੀ ਆਹ ਬਹੁਤ ਵਧੀਆ ਜਿਹੜਾ ਇਹ ਵਿਰੋਧ ਕਰਦੇ, ਫਿਰ ਸ਼ੁਗਲੇ ਕਰੀ ਜਾਂਦੇ ਮੈਂ ਰਾ ਕੇ ਮਾਈਕ ਬੰਦ ਕਰਤਾ। ਉਹ ਵੀ ਚਲੋ ਉਹ ਤਾਂ ਵੱਖਰੀ ਗੱਲ ਹੈ ਵੀ ਤੁਸੀਂ ਮਤਲਬ ਇਸ ਕਿਸਮ ਦਾ ਜਿਹੜਾ ਇਹਨਾਂ ਨੇ ਉਹ ਲਿਆ ਨਾ ਤੁਹਾਡਾ ਆਪਾ ਵਿਰੋਧੀ ਸਟੈਂਡ, ਉਹਦੇ ਤੋਂ ਨਹੀਂ ਲੱਗਦੀ। ਅਗਲੀ ਗੱਲ ਜੇ ਆਪਾਂ ਦੇਖੀਏ ਤਾਂ ਮੈਂ ਤੁਹਾਡੀ ਯਾਦ ਕਰਾਉਣੀ ਚਾਹੂੰਗਾ ਕਿ 2015 ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਬਿਲਕੁਲ ਹੋਈਆਂ ਜੀ। ਉਹਨਾਂ ਘਟਨਾਵਾਂ ਤੋਂ ਪਹਿਲਾਂ ਡੇਰਾ ਮੁਖੀ ਨੂੰ ਮਾਫ ਕੀਤਾ ਗਿਆ, ਕਿਵੇਂ ਕੀਤਾ ਗਿਆ ਨਹੀਂ ਕੀਤਾ ਗਿਆ ਆਪਾਂ ਸਾਰਾ ਕੁਝ ਕਰ ਲਿਆ। ਡੇਰਾ ਮੁਖੀ ਨੂੰ ਮਾਫ ਕਰਨ ਤੋਂ ਬਾਅਦ ਚੱਬੇ ਦੇ ਵਿੱਚ ਸਰਬੱਤ ਖਾਲਸਾ ਹੋਇਆ ਤੇ ਸਰਬੱਤ ਖਾਲਸੇ ਨੇ ਜਦੋਂ ਸਿੰਘ ਸਾਹਿਬਾਨ ਦੀ ਗੱਲ ਵੀ ਮੰਨਣ ਤੋਂ ਇਨਕਾਰ ਕਰਤੀ ਤੇ ਸਿੰਘ ਸਾਹਿਬਾਨ ਨੂੰ ਬਦਲੀ ਦਿੱਤਾ ਜੀ,
ਤੇ ਫਿਰ ਆਪਣੇ ਸਾਹਮਣੇ ਗੱਲ ਆਈ ਸੀ ਕਿ ਸਿੰਘ ਸਾਹਿਬਾਨ ਨੇ ਜਿਹੜਾ ਮਾਫੀਨਾਮਾ ਦਿੱਤਾ ਸੀ ਉਹ ਮਾਫੀਨਾਮਾ ਰੱਦ ਵੀ ਕਰ ਦਿੱਤਾ, ਰੱਦ ਵੀ ਕਰਤਾ, ਉਹਨੂੰ ਉਵੇਂ ਦਾ ਉਵੇਂ ਰੱਖਿਆ। ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਤੇ ਘਟਨਾਵਾਂ ਤੋਂ ਬਾਅਦ ਫਿਰ ਚੱਕਰ ਕੀ ਚੱਲਿਆ ਸੀ, ਕਿੱਡਾ ਭੈੜਾ ਇਹ ਆਪਾਂ ਨੂੰ ਪਤਾ ਹੀ ਇਸ ਗੱਲ ਦਾ। ਉਦੋਂ ਦਿੱਲੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸੀ ਜੀ। ਮਨਜੀਤ ਸਿੰਘ ਜੀ ਕੇ ਦਿੱਲੀ ਦੇ ਵਿੱਚ ਇਹਨਾਂ ਦਾ ਚਿਹਰਾ ਸੀ, ਉਹਨੇ ਉਹ ਚੋਣਾਂ ਲੜੀਆਂ ਔਰ ਉਹ ਚੋਣਾਂ ਲੜ ਕੇ ਉਹਨੇ ਜਿੱਤ ਪ੍ਰਾਪਤ ਕਰਕੇ ਦਿਖਾਈ ਜੀ, ਪ੍ਰਧਾਨ ਵੀ ਬਣਿਆ ਉੱਥੋਂ ਦੀ ਕਮੇਟੀ ਦਾ। ਲੇਕਿਨ ਉਸ ਸਮੇਂ ਦੌਰਾਨ, ਉਸ ਇਲੈਕਸ਼ਨ ਕੈਂਪੇਨ ਦੇ ਦੌਰਾਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਦਾ ਇੱਕ ਵੀ ਇਸ਼ਤਿਹਾਰ ਦਿੱਲੀ 'ਚ ਨਹੀਂ ਲੱਗਿਆ ਸੀ ਜੀ, ਕੋਈ ਮਾਟੋ ਨਹੀਂ ਇਹਨਾਂ ਦਾ ਲੱਗਿਆ ਸੀ। ਉਹਨੇ ਇਹ ਗੱਲ ਕਹਿ ਦਿੱਤੀ ਸੀ ਤੁਸੀਂ ਪਾਸੇ ਰਹੋ, ਤੁਹਾਨੂੰ ਜਿੱਤ ਚਾਹੀਦੀ ਹੈ, ਜਿੱਤ ਮੈਂ ਲੈ ਦੂੰ, ਜੇ ਮੈਂ ਤੁਹਾਡੇ ਪੋਸਟਰ ਲਾਤੇ, ਤੁਹਾਡੀਆਂ ਤਸਵੀਰਾਂ ਲਾਤੀਆਂ ਤਾਂ ਆਪਾਂ ਰਗੜੇ ਜਾਵਾਂਗੇ। ਕਾਰਨ ਕੀ? ਕਾਰਨ ਕਿਉਂਕਿ ਉਹਨੂੰ ਪਤਾ ਸੀ ਕਿ ਸਿੱਖਾਂ ਦੇ ਮਨਾਂ ਦੇ ਉੱਤੇ ਬੇਅਦਬੀ ਦਾ ਬਹੁਤ ਬੁਰਾ ਅਸਰ ਹੈਗਾ ਔਰ ਬੇਅਦਬੀ ਦੇ ਦੋਸ਼ੀਆਂ ਨੂੰ ਕਾਬੂ ਨਾ ਕਰਨਾ ਇਹ ਵੀ ਅਸਰ ਹੈ, ਡੇਰਾ ਮੁਖੀ ਨੂੰ ਸਿੰਘ ਸਾਹਿਬਾਨ ਦੇ ਜਰੀਏ ਮਾਫ ਕਰਾਉਣਾ ਇਹ ਵੀ ਅਸਰ ਹੈ। ਲੋਕ ਤੁਹਾਡੇ ਚਿਹਰਿਆਂ ਨੂੰ ਨਫ਼ਰਤ ਕਰਦੇ, ਉਹ ਸਾਨੂੰ ਵੋਟਾਂ ਪਾ ਦੇਣਗੇ ਲੇਕਿਨ ਤੁਹਾਡੇ ਚਿਹਰਿਆਂ ਦੀ ਵਜ੍ਹਾ ਕਾਰਨ ਸਾਡੇ ਖਿਲਾਫ ਜਾਣਗੇ। ਭਾਰਤੀ ਜਨਤਾ ਪਾਰਟੀ ਨੇ ਉੱਥੇ ਦੇਖ ਲਿਆ ਸੀ ਕਿ ਬੰਦੇ ਹੁਣ ਕੰਮ ਦੇਈਦੇ ਜੀ। ਫਿਰ ਆਉਂਦੀਆਂ ਹਰਿਆਣੇ ਦੀਆਂ ਚੋਣਾਂ। ਹਰਿਆਣੇ ਦੀਆਂ ਚੋਣਾਂ 'ਚ ਪੂਰੀ ਕੋਸ਼ਿਸ਼ ਕੀਤੀ ਅਕਾਲੀ ਦਲ ਨੇ ਕਿ ਸਾਡੇ ਨਾਲ ਲੈਣ ਦੇਣ ਕਰ ਲਓ, ਭਾਵੇਂ ਆਪਦੀਆਂ ਚੋਣ ਸ਼ਾਂਤੀ 2-4 ਸੀਟਾਂ ਦੇ ਦਿਓ। ਉਹ ਦਿਨੇ ਅਖੀਰ ਉਹ ਕਹਿੰਦੇ ਤੁਹਾਨੂੰ ਰੱਖਾ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕਮਜ਼ੋਰ ਬਹੁਤ ਪੈ ਚੁੱਕੀ ਹੈ। ਇਹ ਆਪਣੇ ਭਾਈਚਾਰੇ 'ਚ, ਸਿੱਖ ਭਾਈਚਾਰੇ ਦੇ ਵਿੱਚ ਬਹੁਤ ਕਮਜ਼ੋਰ ਪੈ ਚੁੱਕੀ ਹੈ। ਉਹ ਤੋਂ ਬਾਅਦ ਦਿੱਲੀ ਦੀਆਂ ਚੋਣਾਂ ਆ ਗਈਆਂ। ਦਿੱਲੀ ਦੀਆਂ ਚੋਣਾਂ ਵੇਲੇ ਆਪਾਂ ਨੂੰ ਪਤਾ ਬਲਵਿੰਦਰ ਸਿੰਘ ਭੁੰਦੜ ਦਾ ਇੱਕ ਪੈਰ ਪੰਜਾਬ 'ਚ ਹੁੰਦਾ ਸੀਗਾ ਤੇ ਇੱਕ ਦਿੱਲੀ ਹੁੰਦਾ ਸੀ। ਆਹ ਲਓ ਜੀ, ਆਹ ਲੀਡਰ ਨਾਲ ਗੱਲ ਕਰ ਲਈ ਜੀ, ਬਸ ਜੀ ਸਮਝੌਤਾ ਹੋ ਗਿਆ ਜੀ, ਪ੍ਰੈਸ ਕਾਨਫਰੰਸ ਹੋਣ ਵਾਲੀ ਹੈ ਜੀ, ਐਲਾਨ ਕਰਨੇ ਤੇ ਅੱਜ ਸ਼ਾਮ ਨੂੰ ਪ੍ਰੈਸ ਕਾਨਫਰੰਸ ਵੀ ਹੋ ਗਈ। ਉਹ ਕਹਿੰਦੇ ਜੀ ਭਾਰਤੀ ਜਨਤਾ ਪਾਰਟੀ ਸਾਰੀਆਂ ਸੀਟਾਂ ਲੜੂਗੀ। ਉਦੋਂ ਵੀ ਫਿਰ ਇਹਨਾਂ ਨੂੰ ਹੋ ਗਿਆ ਵੀ ਕੀ ਕਰੀਏ। ਉਦੋਂ ਵੀ ਇਹ ਗੱਲ ਉੱਠੀ ਸੀ ਕਿ ਜੀ ਹਮਾਇਤ ਵਾਪਸ ਲੈ ਲਈਏ, ਪਰ ਹਮਾਇਤ ਵਾਪਸ ਕਿਹੜੇ ਹੌਸਲੇ ਨਾਲ ਲੈਣ, ਨਹੀਂ ਲਈ। ਫਿਰ ਇਹ ਮਾਮਲਾ ਆ ਗਿਆ, ਉਹਨਾਂ ਨੇ ਪਤਾ ਲੱਗਿਆ ਦੋ ਚੀਜ਼ਾਂ ਦੇਖ ਲਈਆਂ ਜੀ ਵੀ ਦਿੱਲੀ ਵਾਲਿਆਂ ਨੇ ਇਹਨਾਂ ਨੂੰ ਨਹੀਂ ਲਿਆ, ਕਮਜ਼ੋਰ ਪੈ ਚੁੱਕੇ। ਹਰਿਆਣੇ ਦੇ ਵਿੱਚ ਚੋਣਾਂ ਦੇ ਵਿੱਚ ਆਪਾਂ ਇਹਨੂੰ ਕੱਖ ਨਹੀਂ ਦਿੱਤਾ, ਇਹ ਕੁਛ ਨਹੀਂ ਕਰ ਸਕੇ ਜੀ। ਦਿੱਲੀ ਦੇ ਵਿੱਚ ਕੱਖ ਨਹੀਂ ਦਿੱਤਾ, ਇਹਨਾਂ ਨੂੰ ਪੁਰਾਣੀ ਤਨਖਾਹ ਤੇ ਕੰਮ ਕਰਨ ਲਈ ਮਜਬੂਰ ਹੋ ਗਏ। ਹੁਣ ਉਹਨਾਂ ਨੇ ਕਿਹਾ ਕਿ ਇਹਨਾਂ ਤੋਂ ਕਰਾਉਣਾ ਕੀ ਹੈ ਸੀ, ਇਹਨਾਂ ਨੂੰ ਇੱਕ ਵਜ਼ਾਰਤ ਦੇ ਦਿੱਤੀ। ਦੋ ਤਾਂ ਮੈਂਬਰ ਪਾਰਲੀਮੈਂਟ ਹੈ ਔਰ ਦੋਨੋਂ ਜਿਹੜੇ ਜਿੱਤੇ ਇਹਨਾਂ ਨੂੰ ਇਹਨਾਂ ਦੇ ਭਾਈਚਾਰੇ ਨੇ ਤਾਰਾ ਦੀ ਕਰ ਦਿੱਤਾ ਜੀ। ਬਿਲਕੁਲ, ਜੇ ਉਹ ਜਿੱਤੇ ਆ ਦੋਨੇ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ, ਉਹ ਤਾਂ ਮੋਦੀ ਲਹਿਰ ਜਿੱਤੀ। ਦੋ ਸੀਟਾਂ ਉਹਨਾਂ ਬੀਜੇਪੀ ਨੂੰ ਜਿੱਤੇ, ਤਿੰਨ ਲੜਕੇ ਦੋ ਜਿੱਤੇ ਆ ਤੇ ਇਹ ਜਿਹੜੇ ਹੈਗੇ 10 ਲੜਕੇ ਤੇ ਦੋ ਜਿੱਤੇ। ਇਸ ਕਰਕੇ ਕਹਿੰਦੇ ਵੀ ਸਾਨੂੰ ਇਹਨਾਂ ਦੀ ਲੋੜ ਹੀ ਨਹੀਂ। ਹੁਣ ਇਹ ਕਹਿੰਦੇ ਜੀ ਅਸੀਂ ਆਪਦੀ ਆਪ ਅਸਤੀਫਾ ਦੇਤਾ। ਅਸਤੀਫਾ ਦੇਣ ਵਾਲੀ ਗੱਲ ਬਣਦੀ ਸੀ ਉਹਦੇ। ਇਸ ਕਰਕੇ ਮੇਰੇ ਖਿਆਲ ਮੁਤਾਬਕ ਇਹ ਇਹਨਾਂ ਦੀ ਮਜਬੂਰੀ ਹੈ ਤੇ ਜਿਹਨੂੰ ਅਸੀਂ ਮੌਕਾ ਪ੍ਰਸਤੀ ਕਹਿ ਦਈਏ, ਮੌਕਾ ਪ੍ਰਸਤੀ ਤੋਂ ਵੱਧ ਹੋਰ ਕੁਝ ਵੀ ਨਹੀਂ। ਕਿਉਂਕਿ ਜਦੋਂ ਅਗਲੇ ਤੁਹਾਨੂੰ ਰੱਖਣ ਨੂੰ ਤਿਆਰ ਨਹੀਂ ਤੇ ਤੁਸੀਂ ਰਹੋਗੇ ਵੀ ਕਿਵੇਂ। ਨਾਲ ਇਹ ਹੈ ਕਿ ਜੇ ਉਹਨਾਂ ਕੋਲੇ ਜਾਂਦੇ ਹੋ, ਮੈਂ ਉਹ ਸੀ ਇੱਕ ਆਪਣੇ ਜਗਦੀਪ ਗਿੱਲ ਨੇ ਲਿਖਿਆ ਸੀ ਜੀ, ਉਹ ਗੀਤ ਨਹੀਂ ਹੈਗਾ ਗੁਰਦਾਸ ਮਾਨ ਦਾ ਵੀ ਨਾ ਮੈਂ ਪੇਕਿਆਂ ਦੀ ਹੋਈ ਨਾ ਮੈਂ ਸਹੁਰਿਆਂ ਦੀ ਹੋਈ, ਨਾ ਮੈਂ ਸਹੁਰਿਆਂ ਨੇ ਰੱਖੀ ਨਾ ਮੈਂ ਪੇਕਿਆਂ ਦੀ ਹੋਈ। ਉਹ ਕਹਿੰਦਾ ਵੀ ਆਹ ਹਾਲਤ ਅਕਾਲੀ ਦਲ ਨਾਲ ਹੋਈ ਹੈ। ਉਹ ਰੱਖਣ ਨੂੰ ਤਿਆਰ ਨਹੀਂ, ਇਧਰੋਂ ਇਹ ਧੱਕੇ ਮਾਰਦੇ ਕਿਸਾਨ, ਕਿਸਾਨਾਂ ਦੀ ਪਾਰਟੀ, ਕਿਸਾਨਾਂ ਦੀ ਵਜ੍ਹਾ ਕਾਰਨ। ਗੱਲ ਤਾਂ ਉਹੀ ਹੈ ਨਾ, ਜੋ ਤੁਸੀਂ ਆਪਦਾ ਮੂਲ ਕੀ ਕਹਿੰਦੇ ਆ ਬੇਸ ਹੀ ਗਵਾ ਲਿਆ, ਬੇਸ ਗਵਾ ਲਿਆ, ਜੋ ਤੁਹਾਡੀ ਬੁਨਿਆਦ ਹੀ ਟੁੱਟ ਗਈ। ਬੁਨਿਆਦ ਟੁੱਟ ਗਈ ਤੇ ਫਿਰ ਕਦੋਂ ਮਰਜ਼ੀ ਡਿੱਗ ਸਕਦੀ, ਤੁਹਾਡਾ ਮਹਿਲ ਖੜੂਗਾ ਕਾਹਦੇ ਤੇ। ਕਦੇ ਸੋਚਿਆ ਸੀ ਆਪਾਂ ਵੀ ਬਾਦਲ ਪਿੰਡ ਨੂੰ ਵੀ ਹੀਰਾ ਜ਼ਿਮੀਂਦਾਰਾਂ ਜੱਟਾਂ ਦੀਆਂ ਜਾਇਆ ਕਰਨਗੀਆਂ? ਕਦੇ ਸੋਚਿਆ ਸੀ ਬਾਦਲ ਪਿੰਡ ਦੇ ਲੋਕ ਛਬੀਲਾ ਲਾਉਣਗੇ? ਬਿਲਕੁਲ ਠੀਕ ਹੈ ਨਾ। ਬਾਹਰੋਂ ਆਉਣ ਵਾਲਿਆਂ ਨੂੰ ਕਿੱਥੇ ਇੰਨੀ ਦਹਿਸ਼ਤ ਹੁੰਦੀ ਸੀ, ਲੋਕ ਉੱਚੀ ਸਾਹ ਨਹੀਂ ਲੈਂਦੇ ਹੁੰਦੇ ਸੀ। ਤੇ ਪਾਣੀ ਦੇਖੋ ਕਿਵੇਂ ਘਰਾਂ ਚ ਐਨ ਆਉਂਦਾ ਸੀ, ਛਬੀਲਾ, ਚਾਹ ਪਾਣੀ ਦੇਖੋ, ਆਲੇ ਦੁਆਲੇ ਦੇ ਲੋਕ ਨੌਜਵਾਨ ਕਿੱਥੋਂ ਆ ਰਹੇ ਸੀ। ਵਾਕਿਆ ਢਿੱਲੋਂ ਸਾਹਿਬ ਇਹ ਵੀ ਇੱਕ ਬਹੁਤ ਵੱਡੀ ਤਬਦੀਲੀ ਹੈ। ਤਾਂ ਯੂਥ ਦੇਖੋ, ਯੂਥ ਦੀਆਂ ਵਹੀਰਾਂ ਕਿੱਥੋਂ ਤੇ ਕੀ ਦਰਸਾ ਰਿਹਾ ਕਿ ਇਹ ਯੂਥ ਜਿਹੜਾ ਨਸ਼ੇੜੀ ਕਰਕੇ ਹੁਣ ਤਾਂ ਉਸ ਗੱਲ ਤੋਂ ਤਾਂ ਦਿੱਲੀ ਵੀ ਹਿੱਲ ਗਈ ਹੋਣੀ ਹੈ ਕਿ ਪੰਜਾਬ ਦਾ ਯੂਥ ਵੀ ਸੜਕਾਂ ਤੇ ਆ ਗਿਆ। ਨਹੀਂ, ਨਸ਼ੇੜੀ ਵਾਲੀ ਗੱਲ ਇੱਕ ਆਪਦੀ ਥਾਂ ਦੇ ਉੱਤੇ ਹੈ, ਲੇਕਿਨ ਨਸ਼ੇੜੀ ਵੀ ਤਾਂ ਮਨੁੱਖ ਹੈ ਨਾ। ਉਹਨੂੰ ਕਿਹੜਾ ਪਤਾ ਨਹੀਂ ਲੱਗਦਾ ਕਿ ਮੇਰੀ ਹੋਣੀ ਦਾ ਜ਼ਿੰਮੇਵਾਰ ਕੌਣ ਹੈ। ਬਿਲਕੁਲ, ਜੇ ਉਹ ਉਸ ਪਾਸੇ ਨੂੰ ਪਿਆ ਤੇ ਕੌਣ ਜ਼ਿੰਮੇਵਾਰ, ਕਿਹਨਾਂ ਦੀ ਬਦੌਲਤ ਹੈ, ਉਹ ਵੀ ਨੈਗੇਟਿਵ ਜਾਂਦੀ ਹੈ ਗੱਲ ਸਾਰੀ। ਪਰ ਮੈਂ ਇੱਕ ਗੱਲ ਦੱਸੂ ਦਰਨੇ ਆ ਗਏ ਸਭ, ਇੱਥੇ ਸਾਨੂੰ ਇਹ ਗੱਲ ਨੋਟ ਕਰਨ ਵਾਲੀ ਹੈ। ਕੰਪੇਨ ਜ਼ਰੂਰ ਉੱਠੀ ਹੈ, ਮਾਹੌਲ ਜ਼ਰੂਰ ਉੱਠਿਆ, ਲੇਕਿਨ ਬਚਣ ਦੀ ਲੋੜ ਹੈ। ਬਹੁਤ ਹਾਲਾਤ ਕਿਉਂਕਿ ਇਸ ਵੇਲੇ ਦੀ ਸਥਿਤੀ ਹੈ ਕਿ ਜਿਹੜੀ ਕਿਸਾਨ ਯੂਨੀਅਨ ਹੈ, ਜੇ ਆਪਾਂ ਕਿਸਾਨ ਯੂਨੀਅਨ 31 ਕਿਸਾਨ ਯੂਨੀਅਨ ਹੈ, ਪਰ ਮੁੱਖ ਤੌਰ ਦੇ ਉੱਤੇ ਆਪਾਂ ਦੇਖੀਏ ਜਿਹੜੀਆਂ ਸਰਗਰਮ ਕਿਸਾਨ ਯੂਨੀਅਨ ਹੈ ਉਹ 3-4 ਹੀ ਹੈ। ਬਿਲਕੁਲ, ਮਾਝੇ ਦੇ ਵਿੱਚ ਜਿਹੜੀ ਹੈਗੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ। ਮਾਲਵੇ ਦੇ ਵਿੱਚ ਵੇਖੀਏ ਤਾਂ ਆਪਾਂ ਜ਼ਿਆਦਾਤਰ ਕਿਸਾਨ ਯੂਨੀਅਨ ਉਗਰਾ ਹੈ। ਜਿਹੜੇ ਤੁਹਾਡੇ ਆਪਣੇ ਬਲਵੀਰ ਸਿੰਘ ਰਾਜੇਵਾਲ ਹੈ, ਮਨਜੀਤ ਸਿੰਘ ਕਾਦੀਆਂ, ਇਹ ਲੁਧਿਆਣੇ ਦੇ ਆਲੇ ਦੁਆਲੇ ਤੱਕ ਸੀਮਤ ਹੈ।
ਪੰਜਾਬ ਕਾਫੀ ਵੱਡਾ ਹੈ, ਕਾਫੀ ਸਾਰਾ ਪੰਜਾਬ ਉਹ ਹੈ ਜਿਹੜਾ ਅਜੇ ਤੱਕ ਵਿਹਲਾ ਪਿਆ, ਲੋਕ ਉੱਠੇ ਜ਼ਰੂਰ ਹੈ। ਲੇਕਿਨ ਇਸ ਸਮੇਂ ਦੇ ਵਿੱਚ ਜਿਹੜੀ ਹੈ ਇਹ ਹੈ ਵੀ ਕਈ ਕਿਸਮ ਦੀ, ਇੱਕ ਤਾਂ ਇਹ ਹੈ ਕਿ ਜੋ ਸੈਂਟਰ ਨੇ, ਪੰਜਾਬ ਸਰਕਾਰਾਂ ਨੇ ਪਿਛਲੇ ਸਮੇਂ ਦੇ ਵਿੱਚ ਜਵਾਨੀ ਪ੍ਰਤੀ, ਪੰਜਾਬ ਪ੍ਰਤੀ ਜਿਹੜਾ ਨੈਗੇਟਿਵ ਰੋਲ ਅਦਾ ਕੀਤਾ ਹੈ, ਨੈਗੇਟਿਵ ਰੁਖ ਜਿਹੜਾ ਹੈ, ਉਸ ਨੈਗੇਟਿਵ ਰੁਖ ਦੇ ਚੱਲਦੇ ਬੇਗਾਨਗੀ ਦੀ ਭਾਵਨਾ ਬਹੁਤ ਪੈਦਾ ਹੋਈ ਹੈ। ਦੂਸਰਾ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜੋ ਮਤਲਬ ਜਿਸ ਕਿਸਮ ਦਾ ਪ੍ਰਚਾਰ ਪ੍ਰਸਾਰ ਚੱਲ ਰਿਹਾ, ਅਸਰ ਉਹਦਾ ਵੀ ਹੈ। ਪਾਕਿਸਤਾਨ ਦੇ ਨਾਲ ਸਾਡੀ ਅਣਬਣ ਹੈ, ਚਾਈਨਾ ਦੇ ਨਾਲ ਸਾਡੀ ਦੁਸ਼ਮਣੀ ਵਾਲਾ ਹਾਲਾਤ ਬਣੇ ਵੀ, ਉਹ ਵੀ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕਰਨ ਵਾਸਤੇ ਤਿਆਰ ਬੈਠੀ ਹੈ। ਜੋ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਸੀ ਕਿ ਸੈਂਟਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਾਰਡਰ ਸਟੇਟ ਹੈ, ਉਹ ਹੁਣ ਗੱਲ ਗੜਬੜ ਹੋਊਗੀ, ਇੱਥੇ ਦੇ ਹਾਲਾਤ ਖਰਾਬ ਹੋ ਸਕਦੇ ਹੈ। ਮੈਂ ਇਹ ਚੀਜ਼ ਸਮੈਲ ਕੀਤੀ ਹੈ। ਮੈਂ ਚੰਡੀਗੜ੍ਹ ਸੀ ਜਿੱਦਣ ਬੰਦ ਹੋਇਆ, ਉਸ ਤੋਂ ਬਾਅਦ ਮੈਂ ਉੱਥੋਂ ਤੱਕ ਵੀ ਗੇੜਾ ਮਾਰ ਕੇ ਆਇਆ, ਸ਼ੰਭੂ ਤੱਕ ਵੀ। ਸ਼ੰਭੂ ਦੇ ਵਿੱਚ ਵੀ ਜਿਹੜੇ ਹੈਗੇ ਆ ਨੌਜਵਾਨਾਂ ਦੇ ਵਿੱਚੋਂ ਜਿਹੜੇ ਬੇਗਾਨਗੀ ਦੀ ਭਾਵਨਾ ਸਪਸ਼ਟ ਦਿਖਦੀ ਸੀ। ਕੰਸਟੀਟਿਊਸ਼ਨਲੀ ਜਿਹੜਾ ਹੈ ਹਰ ਇੱਕ ਨੂੰ ਖਾਲਿਸਤਾਨ ਮੰਗਣ ਦਾ ਹੱਕ ਹੈਗਾ, ਪੀਸਫੁਲ ਰਹਿ ਕੇ, ਅਮਨਪੂਰਵਕ ਰਹਿ ਕੇ ਹਰ ਇੱਕ ਨੂੰ ਇੱਕ ਵੱਖਰਾ ਦੇਸ਼ ਮੰਗਣ ਦਾ ਹੱਕ ਹੈ। ਲੇਕਿਨ ਸਮਾਂ ਤੇ ਸਥਾਨ ਹੁੰਦਾ ਹੈ। ਇਸ ਵੇਲੇ ਜਦੋਂ ਕਿਸਾਨ ਐਜੀਟੇਸ਼ਨ ਚੱਲੀ ਹੈ, ਕਿਸਾਨ ਐਜੀਟੇਸ਼ਨ ਦੇ ਵਿੱਚ ਜੇ ਕੋਈ ਲੀਹ ਤੋਂ ਹਟਵਾਂ ਨਾਰਾ ਲੱਗਦਾ ਹੈ, ਉਹ ਨਾਰਾ ਇੰਡੀਅਨ ਸਟੇਟ ਨੂੰ ਇਹ ਪਾਵਰ ਦਿੰਦਾ ਕਿ ਲੋਕਾਂ ਦੇ ਸੰਘਰਸ਼ ਨੂੰ ਕੁਚਲ ਦੇਵੇ, ਉਹ ਰਿਪਰੈਸ਼ਨ ਦਾ ਦਿੰਦਾ ਹੈ। ਉਹਦੇ ਨਾਲ ਜਿਹੜਾ ਬਹੁਤ ਵੱਡਾ ਵਪਾਰਕ ਭਾਈਚਾਰਾ, ਉਹਦੇ ਡਰ ਹੈ ਜੀ, ਬਹੁਤ ਵੱਡਾ ਦਹਿਸ਼ਤ ਪੈਦਾ ਹੋ ਗਈ, ਉਹਦੇ ਵਿੱਚੋਂ ਦਹਿਸ਼ਤ ਪੈਦਾ ਹੋ ਸਕਦੀ ਹੈ। ਹੋ ਗਈ ਹੈ ਜੀ, ਇਹ ਚੀਜ਼ ਸੋਚਣ ਲੱਗ ਪਿਆ। ਕੱਲ ਗੱਲਾਂ ਕੀਤੀਆਂ ਉਹਨਾਂ ਨੇ, ਭਾਵੇਂ ਉਹਨਾਂ ਨੇ ਔਨ ਕੈਮਰਾ ਨਹੀਂ ਕੀਤੀਆਂ, ਆਫ ਕੈਮਰਾ ਖੜੇ ਮੇਰੇ ਨਾਲ ਅੱਧਾ ਪੌਣਾ ਘੰਟਾ ਇਹੀ ਗੱਲਾਂ ਕਰੀ ਗਿਆ ਜੀ, ਜਾ ਕਿੱਧਰ ਰਿਹਾ ਕੰਮ। ਇਹ ਮੋਦੀ ਦਾ ਫੈਸਲਾ ਪੰਜਾਬ ਨੂੰ ਤਬਾਹ ਕਰ ਦੂ। ਸਾਨੂੰ ਮੋਦੀ ਦਾ ਫੈਸਲਾ ਨਹੀਂ, ਹੁਣ ਇਹ ਨਾਲ ਕੱਲਾ ਉਹਨੂੰ ਇਹ ਐਜੀਟੇਸ਼ਨ ਨੂੰ ਵੀ ਤਬਾਹ ਕਰ ਸਕਦਾ, ਸੰਘਰਸ਼ ਨੂੰ ਵੀ ਤਬਾਹ ਕਰ ਸਕਦਾ। ਇਸ ਕਰਕੇ ਇੱਕ ਤਾਂ ਲੋੜ ਇਹ ਹੈ ਕਿ ਜਿਹੜੇ ਗਾਉਣ ਵਾਲੇ ਲੋਕ ਹੈ, ਗਾਇਕ ਹੈ, ਜਿਹੜੇ ਗਾਇਕ ਭਰਾ, ਚੰਗੀ ਗੱਲ ਹੈ, ਵਧੀਆ, ਉਹ ਆ ਗਏ। ਲੇਕਿਨ ਗਾਇਕਾਂ ਨੂੰ ਕਈ ਵਾਰੀ ਹੁੰਦੀ ਹੈ ਕਿ ਉਹ ਜਿਹੜੀ ਹੈ ਥੋੜੀ ਜਿਹੀ ਭੜਕਾਊ ਜੀ ਆਦਤ ਬਣੀ ਹੈ ਨਾ, ਆਦਤ ਬਣੀ ਹੁੰਦੀ ਹੈ, ਉਹਨਾਂ ਨੂੰ ਰਹਿਣਾ ਚਾਹੀਦਾ। 12 ਬੋਰ ਦੇ ਪਏ ਆ ਘਰੇ, 4 ਕਾਰਤੂਸ ਉਹ ਪਾ ਲਓ, ਇਹ ਪਾ ਲਓ। ਕੁਝ ਲੋਕਾਂ ਨੂੰ ਆਦਤ ਹੈ ਕਿ ਮੱਲੋ ਮੱਲੀ ਤੇ ਸਮਾਜ ਸੁਧਾਰਕ ਬਣੇ ਵੇ, ਕਈ ਤਾਂ ਪਾ ਕੇ ਤੇ ਕਹਿੰਦੇ ਸ਼ੰਭੂ ਪਾਡਰ ਟਪਾਉਣੇ, ਕਹਿੰਦੇ ਉਧਰ ਨੂੰ ਵੀ ਤੁਰ ਪਏ। ਉਹ ਲੋਕ ਜਿਹੜੇ ਹੈਗੇ ਨਾ, ਉਹਨਾਂ ਦੇ ਲੋਕਾਂ ਦੇ ਨਾਲ ਜਿਹੜੇ ਥੱਲੇ ਉਹਨਾਂ ਦੇ ਫਾਲੋਅਰ ਹੁੰਦੇ, ਕੋਈ ਵਾਰੀ ਪਤਾ ਨਹੀਂ ਹੁੰਦਾ, ਜਿਨ੍ਹਾਂ ਨੂੰ, ਕਿਉਂਕਿ ਟ੍ਰੈਂਡ ਤਾਂ ਹੈ ਨਹੀਂ। ਕਿਸਾਨ ਯੂਨੀਅਨ ਦਾ ਕਾਡਰ ਟ੍ਰੈਂਡ ਹੈ, ਉਹਨਾਂ ਨੂੰ ਪਤਾ ਕੋਈ ਅੱਗਾ ਪਿੱਛਾ ਨਹੀਂ ਨਾਰਾ ਲਾਉਣ ਦੇ, ਉਹ ਆਪਦਾ ਕਰ ਲੈਣਗੇ। ਲੇਕਿਨ ਉਹਨਾਂ ਦੇ ਬਸ ਦਾ ਰੋਗ ਨਹੀਂ ਕਿ ਜਦੋਂ ਸੰਘਰਸ਼ ਫੈਲ ਜਾਂਦਾ ਹੈ, ਉਹ ਸਾਰੇ ਨੂੰ ਕਾਬੂ ਕਰ ਸਕਣ। ਉੱਥੇ ਜਿਵੇਂ ਸ਼ੰਭੂ ਵਾਲਾ ਬੇਤਰਤੀਬਾ ਹੋ ਗਿਆ ਸੀ, ਪਤਾ ਹੀ ਨਹੀਂ ਲੱਗ ਰਿਹਾ ਕੌਣ ਦਾ ਲੀਡਰ, ਪਤਾ ਹੀ ਨਹੀਂ ਸੀਗਾ, ਕੌਣ ਦਾ ਲੀਡਰ, ਕਾਲ ਦਿੱਤੀ। ਹਾਂ ਬਿਲਕੁਲ। ਉਹਦੇ ਚ ਜਿਹੜੀ ਹੈਗੀ ਹੈ, ਕਈ ਵਾਰੀ ਉਹ ਸਟੇਟ ਵੀ ਇਹ ਕੰਮ ਕਰਾਉਂਦੀ ਹੈ, ਆਪਣੇ ਚਮਚਿਆਂ ਰਾਹੀਂ ਸਟੇਟ ਵੀ ਇਹ ਕੰਮ ਕਰਵਾਉਂਦੀ ਹੈ। ਆਏ ਆ ਕਈ ਚਮਚਿਆਂ ਦਾ ਪਤਾ ਲੱਗਦਾ ਹੈ, ਕੋਈ ਗੱਲ ਨਹੀਂ, ਇੱਥੇ ਮੌਕਾ ਨਹੀਂ ਉਹ ਗੱਲ ਕਰਨ ਦਾ। ਆਪਾਂ ਨੂੰ ਪਤਾ ਵੀ ਉਹ ਕੀ ਫਾਇਦੇ ਲੈ ਰਹੇ, ਉਹ ਜਿਹੜੇ ਹੈਗੇ ਫਾਇਦੇ ਲੈਂਦੇ, ਉਹ ਇੱਥੇ ਵੀ ਫਾਇਦੇ ਲੈਂਦੇ, ਇੱਥੇ ਵੀ ਕਬਜ਼ਿਆਂ ਦੀਆਂ ਲੜਾਈਆਂ ਵੀ ਲੜਦੇ, ਸਮਾਜ ਸੁਧਾਰਕ ਵੀ ਕਹਾਉਂਦੇ ਨੇ। ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਗੱਲਾਂ ਕਿ ਉਹ ਕਿੱਧਰ ਨੂੰ ਜਾ ਰਹੀ ਹੈ। ਮੇਰੇ ਕੋਲ ਇਹੋ ਜਿਹੇ ਸਬੂਤ ਪਏ ਜਿਹੜੇ ਆਪਣੇ ਆਪ ਨੂੰ ਸਮਾਜ ਸੁਧਾਰਕ ਕਹਿੰਦੇ ਆ, ਵੀ ਉਹਨਾਂ ਨੇ ਟਿਕਾਣੇ ਬਣਾਏ ਹੋਏ ਬਠਿੰਡੇ ਦੇ ਵਿੱਚ, ਜਿੱਥੇ ਬੈਠ ਕੇ ਲੁੱਟ ਮਾਰ ਦਾ ਮਾਲ ਵੀ ਵੜਿਆ ਜਾਂਦਾ। ਬਿਲਕੁਲ ਬੜੇ ਥਾਂ ਤੇ ਹੈ ਜੀ ਇਹੀ ਚੀਜ਼ਾਂ ਨੇ। ਇਸ ਕਰਕੇ ਜਿਹੜੇ ਹੋਰ ਸਮਾਜ ਸੁਧਾਰਕ ਸੀ ਉਹ ਵੀ ਘਰੇ ਬੈਠੇ। ਹੁਣ ਕੁੰਵਰ ਵਿਜੇ ਪ੍ਰਤਾਪ ਤੇ ਕਹਿੰਦੇ ਪੱਖਪਾਤ ਦਾ ਦੋਸ਼ ਲਾ ਦਿੱਤਾ, ਬਾਈਬਲ ਗੋਲੀकांड ਦੀ ਜਾਂਚ ਜਿਹੜੀ ਕਰ ਰਹੇ ਨੇ। ਬਿਲਕੁਲ ਜੀ। ਗੁਰਦੀਪ ਸਿੰਘ ਪੰਧੇਰ ਇੱਕ ਉਹਨਾਂ ਦੇ SHO ਹੈ ਜੀ ਕੋਟਕਪੂਰੇ ਦੇ, ਉਹਨੇ ਇੱਕ ਪਟੀਸ਼ਨ ਪਾਈ ਹੈ ਹਾਈ ਕੋਰਟ 'ਚ ਜੀ। ਉਹਨੇ ਕਿਹਾ ਜੀ ਵੀ SIT ਦੇ ਵਿੱਚੋਂ ਕੱਢ ਦਿੱਤਾ ਜਾਵੇ ਕੰਵਰ ਵਿਜੇ ਪ੍ਰਤਾਪ ਜੀ, ਕਿਉਂਕਿ ਮੇਰੇ ਨਾਲ ਇਹ ਕਹਿੰਦੇ ਪੱਖਪਾਤ ਰੱਖਦਾ ਹੈ। ਅੱਛਾ। ਪਹਿਲੀ ਗੱਲ ਤਾਂ ਹੈ ਕਿ ਇੱਕ IPS ਆਫੀਸਰ, ਇੱਕ ਥਾਣੇਦਾਰ ਨਾਲ ਪੱਖਪਾਤ ਰੱਖ ਕੇ, ਜਿਹੜਾ ਬੰਦਾ IG ਲੈਵਲ ਦਾ ਬੰਦਾ ਹੈ, ਤੇ ਇੱਕ ਥਾਣੇਦਾਰ ਪਤਾ ਨਹੀਂ ਉਹ ASI ਭਰਤੀ ਹੋਇਆ ਕਿ ਸਿਪਾਹੀ ਭਰਤੀ ਹੋਇਆ, ਉਹਦੇ ਨਾਲ ਕਦੇ ਮੇਰਾ ਤਾਂ ਖਿਆਲ ਨਹੀਂਗਾ ਵੀ ਕੰਵਰ ਵਿਜੇ ਪ੍ਰਤਾਪ ਸਿੰਘ ਫਰੀਦਕੋਟ ਤਾਂ ਲੱਗੇ ਹੀ ਨਹੀਂ ਰਿਹਾ ਨਾ। ਉਹਦੀ ਜਿਹੜੀ ਹੈਗੀ ਹੈ ਮੇਰੇ ਖਿਆਲ ਮੁਕਤਸਰ ਨਹੀਂ ਜੀ, ਉਹਦਾ ਫਿਰੋਜ਼ਪੁਰ SSP ਲੱਗਿਆ। ਹਾਂ ਫਿਰੋਜ਼ਪੁਰ ਤਾਂ ਸੀਗਾ, ਹਾਂਜੀ ਫਿਰੋਜ਼ਪੁਰ SSP ਲੱਗਿਆ ਰਿਹਾ। ਉਹਦੇ ਨਾਲ ਵਿਰੋਧ ਕੀ ਹੋਊਗਾ। ਮੋਰ ਓਵਰ ਤੁਸੀਂ ਇਹ ਦੇਖੋ ਕਿ ਉਹ ਇੱਕ ਸਧਾਰਨ ਇੰਸਪੈਕਟਰ ਜਾਂ ਸਬ ਇੰਸਪੈਕਟਰ ਹੈ। ਉਹਨੇ ਜਿਹੜੇ ਵਕੀਲਾਂ ਦੇ ਪੈਨਲ ਨੂੰ ਹਾਇਰ ਕੀਤਾ ਹੈ ਜੀ, ਉਹਨੂੰ ਲੀਡ ਕੌਣ ਕਰ ਰਿਹਾ? ਉੱਤਰੀ ਭਾਰਤ ਦਾ ਫੌਜਦਾਰੀ ਦਾ ਸਭ ਤੋਂ ਸੀਨੀਅਰ ਵਕੀਲ ਜੀ RS ਚੀਮਾ ਜੀ। RS ਚੀਮੇ ਦੀ ਫੀਸ ਕਿੰਨੀ ਹੋਣੀ? ਲੱਖਾਂ ਚ ਹੋਊਗਾ, ਲੱਖਾਂ ਚ ਘੱਟੋ ਘੱਟ, ਲੱਖਾਂ ਚ। ਉਹਦੀ ਫੀਸ ਕਿਹਨੇ ਅਦਾ ਕੀਤੀ ਹੈ ਜੀ? ਇਹ ਤੋਂ ਪਹਿਲਾਂ ਤੁਹਾਡੀ ਯਾਦ ਹੋਣਾ ਜਦੋਂ ਇੱਥੇ ਇਲੈਕਸ਼ਨ ਹੋਈ ਸੀ, ਇਲੈਕਸ਼ਨ ਵੇਲੇ ਵੀ ਕੰਪਲੇਂਟ ਹੋਈ ਸੀ। ਕੰਪਲੇਂਟ ਕਿਹਨੇ ਕੀਤੀ ਸੀ? ਅਕਾਲੀ ਦਲ ਵਾਲਿਆਂ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਹੈਗਾ ਜੀ ਉਹ ਇੱਥੇ ਨਹੀਂ ਹੋਣਾ ਚਾਹੀਦਾ। ਇਲੈਕਸ਼ਨ ਕਮਿਸ਼ਨ ਨੇ ਛੁੱਟੀ ਕਰਤੀ ਸੀ। ਕੰਵਰ ਵਿਜੇ ਪ੍ਰਤਾਪ ਸਿੰਘ ਫਿਰ ਆਇਆ ਸੀ। ਕੰਵਰ ਵਿਜੇ ਪ੍ਰਤਾਪ ਸਿੰਘ ਤੋਂ ਡਰ ਕਿਹਨੂੰ ਲੱਗਦਾ ਹੈ? ਪੰਧੇਰ ਨੂੰ ਤਾਂ, ਗੁਰਦੀਪ ਸਿੰਘ ਪੰਧੇਰ ਨੂੰ ਤਾਂ ਉਹਦਾ ਨਾਮਜ਼ਦ ਕਰਤਾ, ਉਹਦੇ ਪ੍ਰਤੀ ਉਹ ਕੀ ਕਰੂਗਾ? ਮਾਨਯੋਗ ਹਾਈ ਕੋਰਟ ਨੇ ਕਹਿਤਾ ਜੀ 3 ਤਾਰੀਖ ਤੱਕ, 3 ਅਕਤੂਬਰ ਤੱਕ ਅਗਲੀ ਚਾਰਜਸ਼ੀਟ ਪੇਸ਼ ਨਾ ਕੀਤੀ ਜਾਵੇ।
ਅਗਲੀ ਚਾਰਜਸ਼ੀਟ ਦੇ ਵਿੱਚ ਨਾਂ ਕਿਹਦਾ ਹੁੰਦਾ ਹੈ? ਜੀ ਇਹ ਗੱਲ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਉਦੋਂ ਕਹੀ ਸੀ ਜਦੋਂ ਇੱਕ ਜਿਹੜਾ ਇੰਸਪੈਕਟਰ ਹੈ ਪ੍ਰਦੀਪ ਸਿੰਘ, ਜੀ ਜਿਹੜਾ ਚਰਨਜੀਤ ਸ਼ਰਮਾ ਦਾ ਰੀਡਰ ਸੀ, ਉਹਨੇ ਸਰਕਾਰੀ ਗਵਾਹ ਬਣ ਜਾਂ ਬਾਜ਼ਾਮਾਫ ਗਵਾਹ ਬਣਨ ਦੀ ਐਪਲੀਕੇਸ਼ਨ ਦਿੱਤੀ ਸੀ। ਜੀ ਉਹਦੀ ਐਪਲੀਕੇਸ਼ਨ ਪ੍ਰਵਾਨ ਕਰਨ ਦੀ ਥਾਂ ਤੇ ਅਦਾਲਤ ਨੇ ਨੋਟਿਸ ਜਾਰੀ ਕਰਤਾ ਸੀ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਜੀ ਕਿ ਜਾਤੀ ਤੌਰ ਤੇ ਤੁਸੀਂ ਪੇਸ਼ ਹੋਵੇ ਤੇ ਤੁਸੀਂ ਆ ਕੇ ਆਪਣਾ ਪੱਖ ਰੱਖੋ। ਉਹਨੇ ਕਿਹਾ ਜੀ ਦੱਸੋ। ਉਹ ਕਹਿੰਦੇ ਜੀ ਆ ਇਹਨੇ ਐਪਲੀਕੇਸ਼ਨ ਦਿੱਤੀ ਹੈ, ਇਹਦੀ ਕਾਪੀ ਹੈ, ਤੁਸੀਂ ਪੜ੍ਹ ਲਓ। ਜੀ ਉਹਨੇ ਪੜ੍ਹ ਲਈ। ਉਹਨੇ ਕਿਹਾ ਜੀ ਹਾਂ, ਜੋ ਮੈਂ ਤਫਤੀਸ਼ ਕੀਤੀ ਹੈ ਤੇ ਜੋ ਇਹ ਗੱਲ ਕਹਿੰਦਾ ਇਹ ਠੀਕ ਹੈ, ਹੋਰ ਐਵੀਡੈਂਸ ਇਦੋਂ ਜਿਹੜੀ ਹੈਗੀ ਮਜ਼ਬੂਤ ਨਹੀਂ ਹੋ ਸਕਦੀ ਜੀ, ਕਿਉਂਕਿ ਇਹਨੇ ਸਾਰੀ ਚੀਜ਼ ਸੁਣੀ ਹੈ, ਹੂੰ ਇਹਨੇ ਸਾਰੀ ਚੀਜ਼ ਦੇਖੀ ਹੈ, ਜਿਹੜੀ ਚੀਜ਼ ਦਾ ਇਹਨੂੰ ਪਤਾ ਇਹ ਉਹਦੇ ਵਿੱਚ ਸ਼ਾਮਲ ਹੈ। ਪਰ ਇਹ ਮੇਨ ਜਿਹੜਾ ਹੈਗਾ ਅਕਿਊਜ਼ਡ ਨਹੀਂ। ਜੀ ਜੀ, ਜਿਹੜੇ ਮੇਨ ਅਕਿਊਜ਼ਡ ਆ ਕੋਈ ਹੋਰ ਹੈ। ਜੇ ਇਹ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਤਾਂ ਸਾਡੇ ਲਈ ਇਹ ਸਹਾਇਕ ਹੈ, ਸਾਡੇ ਲਈ ਲਾਹੇਵੰਦ ਹੈ। ਜੀ ਇਸ ਬੰਦੇ ਨੂੰ ਬਣਾ ਲਿਆ ਜਾਵੇ। ਉਹ ਨਾਂ ਕਿਹਦਾ ਲੈਂਦਾ? ਉਹ ਕਹਿੰਦਾ ਜੀ ਦੋ ਬੰਦੇ ਜਿਹੜੇ ਹੈਗੇ ਜਿਨ੍ਹਾਂ ਨੇ ਆਰਡਰ ਦਿੱਤਾ ਗੋਲੀ ਚਲਾਉਣ ਦਾ ਬਹਿਬਲ ਕਲਾ, ਜੀ ਪਰਮਰਾਜ ਸਿੰਘ ਉਮਰਾਨਗਰ ਆਈਜੀ ਤੇ ਡੀਜੀਪੀ ਸਮੈਥ ਸਿੰਘ ਸੈਣੀ, ਦੋ ਬੰਦਿਆਂ ਦਾ ਨਾਂ ਲੈਤਾ। ਤੀਜਾ ਬੰਦਾ ਜੀ ਕਹਿੰਦਾ ਨਾਲ ਇੱਕ ਹੋਰ ਹੈ ਜਿਹੜਾ ਪੋਲੀਟੀਕਲ ਹੈ। ਪੋਲੀਟੀਕਲ ਬੰਦਾ ਤੀਜਾ ਕੌਣ ਹੈ? ਡੀਜੀਪੀ ਨੂੰ ਹੁਕਮ ਕੌਣ ਦੇਊ? ਉਹ ਤਾਂ ਹੋਮ ਮਿਨਿਸਟਰ ਦੇਊ ਜਾਂ ਚੀਫ ਮਿਨਿਸਟਰ ਦੇਊ। ਸਮੈਥ ਸਿੰਘ ਸੈਣੀ ਬਲੈਂਕਟ ਵੇਲ ਲੈਂਦਾ, ਕਿਉਂ ਲੈਂਦਾ? ਸਮੈਥ ਸਿੰਘ ਸੈਣੀ ਨੂੰ ਇਹ ਪਤਾ ਹੈ ਕਿ ਜਦੋਂ ਮੈਂ ਉਹਦੇ ਚ ਇਨਵੈਸਟੀਗੇਸ਼ਨ ਜੁਆਇਨ ਕੀਤੀ ਸੁਪਰੀਮ ਕੋਰਟ ਦੇ ਹੁਕਮ ਤੇ ਮੁਲਤਾਨੀ ਕੇਸ ਚ, ਜੀ ਉਸ ਵੇਲੇ ਮੈਨੂੰ ਬਾਈਬਲ ਕਾਂਡ ਦੇ ਵਿੱਚ ਗ੍ਰਿਫਤਾਰ ਕਰ ਸਕਦੇ। ਉਹਨੇ ਬਲੈਂਕਟ ਵੇਲ ਤਾਂ ਲਈ ਹੈ। ਹੁਣ ਜਿਹੜਾ ਪੈਸਾ ਲੱਗਿਆ ਪ੍ਰਦੀਪ ਸਿੰਘ ਪੰਧੇਰ ਦਾ, ਗੁਰਦੀਪ ਸਿੰਘ ਪੰਧੇਰ ਦਾ SHO ਦਾ, ਜਿਹਨੇ ਪਟੀਸ਼ਨ ਦਾਇਰ ਕੀਤੀ ਹੈ, RS ਚੀਮਾ ਸਾਹਿਬ ਨੂੰ ਫੀਸ ਦਿੱਤੀ ਹੈ, ਉਹ ਦੱਸੋ ਫੀਸ ਕਿੱਥੋਂ ਆਈ ਹੋਊਗੀ? ਇਹ ਵੀ ਤਾਂ ਸੋਚਣ ਲਈ ਉਹਦੇ ਪਾ ਪਹੁੰਚ ਹੈ ਨਹੀਂ, ਉਹਦੇ ਚ ਪਹੁੰਚ ਹੋ ਹੀ ਨਹੀਂ ਸਕਦੀ। RS ਚੀਮੇ ਦਾ ਬੋਝ ਕੌਣ ਚੱਲੂਗਾ? ਇਸ ਕਰਕੇ ਮਤਲਬ ਇਹ ਹੈ ਕਿ ਇਹ ਜਿਹੜਾ ਇੱਕ ਕਮਿਟਡ ਆਫੀਸਰ ਹੈ, ਜੀ ਜਿਹੜਾ ਆਫੀਸਰ ਕੁਝ ਕਰਨ ਦੀ ਚਾਹ ਰੱਖਦਾ ਹੈ, ਉਹਨੂੰ ਕਿਵੇਂ ਜਿਹੜਾ ਸਪੀਕਰ ਸਮਝਦਾ ਕਿ ਜਿਹੜਾ ਇਨਵੈਸਟੀਗੇਟਰ ਸਮਝਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਬੋਲਣ ਵਾਲਿਆਂ ਨੂੰ ਗੋਲੀਆਂ ਨਾਲ ਉਡਾਉਣਾ ਬਹੁਤ ਵੱਡਾ ਪਾਪ ਹੈ, ਜੀ, ਔਰ ਉਹ ਉਹਨੂੰ ਆਪਦਾ ਇੱਕ ਇਸ਼ਟ ਸਮਝ ਕੇ ਤਫਤੀਸ਼ ਕਰ ਰਿਹਾ ਹੈ। ਉਹਨੂੰ ਲਾਂਭੇ ਕਰਨ ਦਾ ਆਈਡੀਆ ਕੀ ਹੈ? ਮਹਿੰਗੇ ਵਕੀਲ ਕਰਕੇ ਉਹ ਇਹ ਹੈ ਕਿ ਵੱਡੇ ਬੰਦਿਆਂ ਨੂੰ ਬਚਾਇਆ ਜਾਵੇ, ਵੱਡੇ ਬੰਦਿਆਂ ਨੂੰ ਬਚਾਇਆ ਜਾਵੇ। ਮੈਨੂੰ ਤਾਂ ਵੈਸੇ ਕੋਰਟ ਦੀ ਇੱਕ ਆਪਣੀ ਅਧਿਕਾਰ ਖੇਤਰ ਕੋਰਟ ਕਰ ਸਕਦੀ ਹੈ, ਕਿੰਤੂ ਪਰੰਤੂ ਨਹੀਂ ਅਸੀਂ ਕਰਦੇ। ਪਰ ਇਸ ਗੱਲ ਸਮਝ ਤੋਂ ਬਾਹਰ ਹੈ ਜੀ ਕਿ ਜਿਹੜੇ ਜੱਜ ਸਾਹਿਬ ਦਾ ਨਾਂ ਹੈ ਕਿ ਉਹਨਾਂ ਨੇ ਜੀ ਪਾਬੰਦੀ ਲਾਈ ਹੈ 3 ਤੱਕ, ਬੜੇ ਉਹ ਨਾਮਵਰ ਪਰਿਵਾਰ ਦੇ ਵਿੱਚੋਂ ਹੈ ਜੀ, ਦੱਸੋ ਸਿੱਖ ਭਾਈਚਾਰੇ ਦੇ ਵਿੱਚੋਂ ਉਹਨਾਂ ਨੂੰ ਇਹ ਬੰਦਸ਼ ਜਿਹੜੀ ਲਾਈ ਹੈ ਕਈ ਕਿਸਮ ਦੇ ਖਾਸੇ ਜ਼ਾਹਰ ਕਰ ਸਕਦੀ ਹੈ। ਬਿਲਕੁਲ, ਦੇਖੋ ਅੱਗੇ ਪਤਾ ਹੀ ਆਪਾਂ ਨੂੰ ਜੁਡੀਸ਼ਰੀ ਤੇ ਕਿੰਤੂ ਪਰੰਤੂ ਤਾਂ ਹੋਇਆ ਹੀ ਹੈ। ਹਾਂਜੀ। ਸੋ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਤੁਹਾਨੂੰ ਦੱਸ ਦਈਏ ਕਿ ਅੱਜ ਸੁਮੇਧ ਸਿੰਘ ਸੈਣੀ ਮਟੌਰ ਥਾਣੇ ਦੇ ਵਿੱਚ SIT ਅੱਗੇ ਪੇਸ਼ ਹੋਏ। ਸਾਡੇ ਪੱਤਰਕਾਰ ਹਰਜੀਤ ਮਛਾੜੂ ਵੱਲੋਂ ਸਾਰਾ ਦਿਨ ਉਹਨਾਂ ਤੇ ਨਜ਼ਰ ਰੱਖੀ, ਉਹਨਾਂ ਦੇ ਨਾਲ ਜਾਣਾਂਗੇ ਅੱਜ ਦੇ ਹਾਲਾਤ। ਬਟਾਲੇ ਦੇ ਵਿੱਚ ਵੀ ਅੱਜ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਉਹਦੇ ਬਾਰੇ ਚਰਚਾ ਕਰਾਂਗੇ। ਸੋ ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਬ੍ਰੇਕ ਤੋਂ ਬਾਅਦ ਫਿਰ ਅੱਗੇ ਚੱਲਾਂਗੇ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ। ਜੀ ਨਵੀਂ DD15 ਚਲਾਉਂਦੇ ਜਾਂ ਪੈਕਾਰ, ਮੈਕਸ ਫੋਰਸ, ਕਮਿੰਸ, ISX, ਵੋਲਵੋ, ਮਰਸੀਡੀਜ਼, ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ। ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 और एग्जिट 5 ऑन QEW। क्विक ट्रक ल्यूब, खुश होके परतोगे। मान लो 519-622-0660 519622-0660 QTL, because we care। Quick Truck Lube। ਜੱਸੀ ਆ ਕੀ, ਅਸੀਂ ਪਹੁੰਚ ਵੀ ਗਏ, ਤੁਸੀਂ ਹਲੇ ਤਿਆਰ ਨਹੀਂ ਹੋਏ? ਜਾਣਾ ਨਹੀਂ ਜਸਮੀਤ ਹੋਰਾਂ ਦੀ ਪਾਰਟੀ 'ਚ? ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨਹੀਂ। ਕਿਉਂ, ਕੀ ਹੋ ਗਿਆ? ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ। ਘਰੇ ਤਾਂ ਆਉਣਾ ਨਹੀਂ, ਜਦੋਂ ਦੇਖੋ ਖਰਾਬ ਹੀ ਰਹਿੰਦਾ। ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨਹੀਂ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ।
ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, हर एक काम बड़ी तसल्ली नाल करते हैं जी। ये MPI अप्रूव्ड ने और हाँ, ये सीजनल सर्विसेज भी प्रोवाइड करते हैं। 24 घंटे 7 दिन की सर्विसेज लई ते वधेरी जानकारी ਲਈ कॉल करो 204 459 2000 या फिर कॉल करो 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। एड्रेस 2201 साउथ यूनियन एवेन्यू, बेकर्सफील्ड, कैलिफोर्निया 93307। यूनियन विलेज। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਜ਼ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ।